ਅੰਤਰ ਤੇਰਾ ਹਰ ਵਸੈ ਗੁਰਮੁਖ ਸਦਾ ਹਜੂਰ। ਬਾਬੀਹਾ ਗੁਣਵੰਤੀ ਮਹਿਲ ਪਾਇਆ, ਔਗੁਣਵੰਤੀ ਦੂਰ। ਅੰਤਰ ਤੇਰਾ ਹਰ ਵਸੈ ਗੁਰਮੁਖ ਸਦਾ ਹਜੂਰ। ਕੂਕ ਪੁਕਾਰ ਨਾ ਹੋਵਈ ਨਦਰੀ ਨਦਰ ਨਿਹਾਲ। ਨਾਨਕ ਨਾਮ ਰਤੇ ਸਹਿਜੇ ਮਿਲੇ, ਸ਼ਬਦ ਗੁਰੂ ਕੈ ਕਾਲ। ਕੂਕ ਪੁਕਾਰ ਨਾ ਹੋਵਈ ਨਦਰੀ ਨਦਰ ਨਿਹਾਲ। ਨਾਨਕ ਨਾਮ ਰਤੇ ਸਹਿਜੇ ਮਿਲੇ, ਸ਼ਬਦ ਗੁਰੂ ਕੈ ਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਟਲ ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰਤਾ ਗੱਦੀ 'ਤੇ ਵਿਰਾਜਮਾਨ ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਸਵਾਰੇ ਸਤਸੰਗੀਓ, ਬੜੇ ਪ੍ਰੇਮ ਸਤਿਕਾਰ ਦੇ ਨਾਲ ਆਪ ਜੀ ਗੁਰੂ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾ ਰਹੇ ਹੋ। ਦਸਮੇਸ਼ ਪਿਤਾ ਧੰਨ ਕਲਗੀਧਰ ਮਹਾਰਾਜ ਜੀ ਦਾ ਮਹਾਨ ਪਾਵਨ ਸਥਾਨ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਸੁਭਾਈਮਾਨ ਹੋ ਕੇ ਅੱਜ ਦੇ ਦਿਨ ਨੂੰ ਯਾਦ ਕਰ ਰਹੇ ਹੋ। ਅੱਜ ਪੂਰੀ ਦੁਨੀਆ ਦੇ ਵਿੱਚ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਜਿਨ੍ਹਾਂ ਨੂੰ ਯਾਸ਼ਾ ਕਾਨੂੰਨ ਦੇ ਤਹਿਤ ਨਾ ਸਹੇ ਜਾਣ ਵਾਲੇ ਅਤੇ ਨਾ ਵਰਣਨ ਕੀਤੇ ਜਾਣ ਵਾਲੇ ਤਸੀਹੇ ਦੇ ਕੇ ਸ਼ਹੀਦ ਕੀਤਾ, ਜਿਨ੍ਹਾਂ ਦੇ ਲਈ ਭੱਟ ਸਾਹਿਬਾਨ ਤੇ ਕਹਿੰਦੇ ਨੇ ਕਿ ਭੰਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਪ੍ਰਤੱਖ ਹਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਹਾਦਤ ਦਾ ਦਿਨ ਹੈ, ਮਨਾਇਆ ਜਾ ਰਿਹਾ ਹੈ। ਆਓ ਆਪਾਂ ਨੇ ਨਾਲੇ ਦਾ ਗੁਰਬਾਣੀ ਦੀ ਵਿਚਾਰ ਵੀ ਕਰਨੀ ਹੈ ਔਰ ਗੁਰੂ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸੰਬੰਧਿਤ ਉਹਨਾਂ ਨੂੰ ਜਾਣੀਏ, ਉਹਨਾਂ ਦੀ ਸ਼ਹਾਦਤ ਸੰਬੰਧੀ ਕੁਝ ਨਾ ਕੁਝ ਜਾਣਨ ਦਾ ਯਤਨ ਕਰੀਏ। ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਜੀਵਨ ਪੜ੍ਹਦੇ ਹਾਂ ਤੇ ਵੇਖਦੇ ਹਾਂ ਕਿ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਤਾਂ ਦੁਨੀਆ ਦਾ ਭਲਾ ਹੀ ਕੀਤਾ ਹੈ। ਉਹਨਾਂ ਨੇ ਪੂਰੀ ਦੁਨੀਆ ਦੇ ਭਲੇ ਦੇ ਕੰਮ ਕੀਤੇ, ਮਨੁੱਖਤਾ ਦੀ ਭਲਾਈ ਦੇ ਕੰਮ ਕੀਤੇ। ਪਰ ਦੂਜਾ ਪੱਖ ਇਹ ਵੇਖਦੇ ਹਾਂ, ਜਦੋਂ ਉਹਨਾਂ ਦੀਆਂ ਜੋ ਉਹਨਾਂ ਨੂੰ ਸਜ਼ਾਵਾਂ ਐਲਾਨ ਕੀਤਾ ਉਹਨਾਂ ਮੁਗਲਾਂ ਨੇ, ਜਾਂ ਜੋ ਕੁਝ ਉਹਨਾਂ ਨੂੰ ਤਸੀਹੇ ਦਿੱਤੇ ਗਏ, ਇਹ ਉਹ ਤਸੀਹੇ ਸਨ ਜੋ ਉਸ ਸਮੇਂ ਦੇ ਕਾਨੂੰਨ ਦੇ ਅਨੁਸਾਰ ਬਹੁਤ ਹੀ ਜ਼ਿਆਦਾ, ਕਹਿ ਲਓ ਕਿ ਉਹ ਤਰੀਕੇ ਸਨ ਜਿਹਨੂੰ ਬਹੁਤ ਜ਼ਿਆਦਾ ਦਰਦਨਾਕ ਮੌਤ ਦੇਣੀ ਹੋਵੇ। ਉਹਨਾਂ ਟਾਈਮਾਂ ਦੇ ਕਾਨੂੰਨ ਵਿੱਚ ਕੁਝ ਤਸੀਹਿਆਂ ਦੇ ਸਨ ਵੀ ਇੱਦਾਂ ਤਸੀਹੇ ਦੇਣੇ, ਕਿਸੇ ਨੂੰ ਪਾਣੀ ਵਿੱਚ ਉਬਾਲ ਦਿਓ, ਕਿਸੇ ਨੂੰ ਰੂਹ ਵਿੱਚ ਲਪੇਟ ਕੇ ਅੱਗ ਲਾ ਦਿਓ, ਕਿਸੇ ਨੂੰ ਆਰੇ ਨਾਲ 2 ਫਾੜ ਕਰ ਦਿਓ। ਵੈਸੇ ਤਾਂ ਸਾਰੇ ਹੀ ਜਿੰਨੇ ਉਹਨਾਂ ਦੇ ਤਸੀਹੇ ਸਨ ਉਹ ਸਿੱਖਾਂ 'ਤੇ ਉਹਨਾਂ ਜਮਾਏ ਹੋਏ ਸੀ, ਪਰ ਗੁਰੂ ਅਰਜਨ ਦੇਵ, ਪਰ ਗੱਲ ਇਹ ਹੈ ਕਿ ਉਸ ਸਮੇਂ ਜੋ ਤਸੀਹੇ ਦੇਣ ਦੇ ਦਿੱਤੇ ਤਾਂ ਜਾਂਦੇ ਸਨ, ਉਹਦੇ ਪਿੱਛੇ ਕਾਰਨ ਮੰਨਦੇ ਸੀ ਵੀ ਕੋਈ ਕਾਰਨ ਹੋਣਾ ਚਾਹੀਦਾ ਜਿਹਨੂੰ
ਇਹ ਸਜ਼ਾ ਦੇਣੀ ਹੈ ਜਾਂ ਜਿਹਨੂੰ ਇਹ ਤਸੀਹੇ ਦੇਣੇ ਆ। ਪਰ ਜਦੋਂ ਗੁਰੂ ਅਰਜਨ ਦੇਵ ਜੀ ਦਾ ਜੀਵਨ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਇੱਕ ਗੱਲ ਸਪਸ਼ਟ ਹੁੰਦੀ ਹੈ ਕਿ ਜਿਹੜੇ ਕਾਰਨਾਂ ਕਰਕੇ ਉਹ ਤਸੀਹੇ ਦਿੱਤੇ ਜਾਂਦੇ ਸੀ, ਇੱਕ ਵੀ ਕਾਰਨ ਗੁਰੂ ਅਰਜਨ ਦੇਵ ਸਾਹਿਬ ਦੇ ਉੱਤੇ ਢੁਕਦਾ ਨਹੀਂ ਸ਼ਹਾਦਤ ਦੇ ਲਈ। ਉਹਨਾਂ ਕੋਈ ਐਸਾ ਕੰਮ ਨਹੀਂ ਸੀ ਉਹਨਾਂ ਦੇ ਜੀਵਨ ਵਿੱਚ ਲੱਭਦਾ ਜਾਂ ਵੇਖਿਆ ਜਿਹਦੇ ਕਰਕੇ ਉਹਨਾਂ ਨੂੰ ਇੱਦਾਂ ਦੇ ਤਸੀਹੇ ਸਰਕਾਰ ਦੇ ਸਕਦੀ ਜਿਹੜੀ ਚੱਲਦੀ ਸੀ। ਫਿਰ ਪਿੱਛੇ ਕਾਰਨ ਕੇਵਲ ਤੋਂ ਕੇਵਲ ਧਾਰਮਿਕ ਈਰਖਾ, ਇੱਕ ਰਾਜਨੀਤੀ। ਜਦੋਂ ਗੁਰੂ ਅਰਜਨ ਦੇਵ ਜੀ ਦਾ ਜੀਵਨ ਪੜ੍ਹਦੇ ਹਾਂ, ਕਈ ਸਾਰੇ ਕਾਰਨ ਭਾਵੇਂ ਉਹਦੇ ਵਿੱਚ ਵਿਦਵਾਨਾਂ ਦਿੱਤੇ ਆ। ਸਰਦਾਰ ਕਰਮ ਸਿੰਘ ਹਿਸਟੋਰੀਅਨ ਹੋਣੀ ਉਹ 'ਤੇ ਲਿਖਦੇ ਆ ਕਿ ਜਿੰਨਾ ਸਮਾਂ ਤੁਝ ਕੇ ਜਹਾਂਗੀਰੀ ਸਾਹਮਣੇ ਨਹੀਂ ਸੀ ਆਈ, ਉਨਾ ਸਮਾਂ ਸਾਡੇ ਜ਼ਿਆਦਾਤਰ ਲਿਖਾਰੀ ਜੋ ਉਹਨਾਂ ਕੋਲ ਇਤਿਹਾਸਕ ਮਸਾਲਾ ਸੀ ਜਾਂ ਜੋ ਕੁਝ ਉਹਨਾਂ ਕੋਲ ਪਿੱਛੇ ਜੋ ਕੁਝ ਮਿਲਿਆ ਉਹਨਾਂ ਨੂੰ, ਉਹਦੇ ਅਨੁਸਾਰ ਹੀ ਉਹਨਾਂ ਨੇ ਬਿਆਨ ਕਰਨਾ ਸੀ, ਲਿਖਣਾ ਸੀ। ਜ਼ਿਆਦਾਤਰ ਵਿਦਵਾਨਾਂ ਨੇ ਜਾਂ ਲਿਖਾਰੀਆਂ ਨੇ ਇਹੀ ਲਿਖਿਆ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਕਾਰਨ ਸੀ ਜਿਹੜਾ, ਉਹ ਦੀਵਾਨ ਚੰਦੂ ਦੀ ਆਪਸੀ ਪਰਿਵਾਰ, ਆਪਸੀ ਕਹਿ ਲਓ ਕਿ ਈਰਖਾ ਦਾ ਕਾਰਨ ਸੀ। ਦੀਵਾਨ ਚੰਦੂ ਛੋਟਾ ਜਿਹਾ ਮੁਲਾਜ਼ਮ ਹੈ, ਕੌਣ ਜਾਣਦਾ ਦੀਵਾਨ ਨੂੰ, ਚੰਦੂ ਨੂੰ। ਉਹਦੀ ਲੜਕੀ ਦੇ ਰਿਸ਼ਤੇ ਦੀ ਗੱਲ ਦਾ ਜ਼ਿਕਰ ਕਈ ਥਾਈਂ ਮਿਲਦਾ ਹੈ ਕਿ ਉਹਦੀ ਲੜਕੀ ਦਾ ਰਿਸ਼ਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਲਈ ਲੈ ਕੇ ਆਂਦਾ, ਪਰ ਉਹਨੇ ਅੱਗੋਂ ਐਸੀ ਭੈੜੀ ਗੱਲ ਆਖੀ ਕਿ ਗੁਰੂ ਘਰ ਦੇ ਖਿਲਾਫ ਉਹ ਵਚਨ ਜਾਂਦੇ ਸਨ। ਉਹਨੇ ਆਖਿਆ ਜਿਹੜੇ ਰਿਸ਼ਤਾ ਲੈ ਕੇ ਆਏ ਸਨ ਕਿ ਤੁਸੀਂ ਤੇ ਚਵਾਰੇ ਦੀ ਟਮੋਰੀ ਨੂੰ ਲਾਏ, ਜਾਣੀ ਆਪਣੇ ਆਪ ਨੂੰ ਉਹਨੇ ਚਵਾਰਾ ਆਖਿਆ, ਗੁਰੂ ਘਰ ਨੂੰ ਮੋਰੀ ਆਖਿਆ, ਅਤੇ ਗੁਰੂ ਸਾਹਿਬ ਨੇ ਉਹ ਰਿਸ਼ਤਾ ਨਾਮਨਜ਼ੂਰ ਕਰ ਦਿੱਤਾ। ਇਹ ਗੱਲ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਇਹ ਗੱਲ ਹੋਈ ਸੀ ਜਾਂ ਨਹੀਂ ਹੋਈ ਹੋਏਗੀ, ਪਰ ਇਹ ਸ਼ਹੀਦੀ ਦਾ ਕਾਰਨ ਨਹੀਂ ਬਣ ਜਾਂਦਾ। ਬਥੇਰੇ ਰਿਸ਼ਤੇ ਜੁੜਦੇ ਆ, ਬਥੇਰੇ ਨਹੀਂ ਜੁੜਦੇ, ਨਹੀਂ ਪਸੰਦ ਹੁੰਦਾ, ਰਿਸ਼ਤੇ ਟੁੱਟ ਜਾਂਦੇ ਆ। ਪਰ ਕੀ ਇਸ ਕਾਰਨ ਕਰਕੇ ਤੁਸੀਂ ਤੱਤੀ ਤਵੀ 'ਤੇ ਬਿਠਾ ਦੋਗੇ? ਐਸਾ ਤਾਂ ਨਹੀਂ ਹੁੰਦਾ। ਫਿਰ ਕੁਝ ਕੁ ਕਾਰਨ ਇਸ ਤਰ੍ਹਾਂ ਦੇ ਵੀ ਬਣਾਏ ਜਾਂ ਮੰਨੇ ਜਾਂਦੇ ਆ ਕਿ ਜਾਣੀ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਘਰੇਲੂ ਜਾਂ ਰੰਗ ਦੇਣ ਦਾ ਯਤਨ ਕੀਤਾ ਜਾਂਦਾ ਵੀ ਇਹ ਤਾਂ ਘਰੇਲੂ ਲੜਾਈ ਸੀ ਜੀ। ਉਹ ਕਿਵੇਂ? ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਵੱਡੇ ਭਰਾਤਾ ਸੀ ਪ੍ਰਿਥੀ ਚੰਦ, ਉਹਨਾਂ ਦਾ ਨਾਂ ਸੀ, ਸਭ ਤੋਂ ਵੱਡੇ ਸੀ ਜਿਹੜੇ। ਉਦੋਂ ਦੂਜੇ ਨੰਬਰ 'ਤੇ ਸੀ ਮਹਾਦੇਵ ਜੀ। ਫਿਰ ਤੀਸਰੇ ਸਨ ਗੁਰੂ ਅਰਜਨ ਦੇਵ ਜੀ। ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੀਆਂ 3 ਸੰਤਾਨਾਂ 'ਚੋਂ ਤੀਸਰੇ ਸਨ ਸਤਿਗੁਰੂ ਗੁਰੂ ਅਰਜਨ ਦੇਵ ਜੀ। ਪਰ ਜਦੋਂ ਪੜ੍ਹਦੇ ਹਾਂ ਤਾਂ ਪ੍ਰਿਥੀ ਚੰਦ ਦਾ ਜਿਹੜਾ ਸੁਭਾਅ ਹੈ ਉਹ ਦੱਸਿਆ ਜਾਂਦਾ ਕਿ ਬਹੁਤ ਗੁਸੈਲਾ ਇਸ ਤਰ੍ਹਾਂ ਦਾ ਸੀ ਕਿ ਉਹ ਗੁਰਿਆਈ ਨੂੰ ਲੈ ਕੇ ਬਹੁਤ ਅੰਦਰੋਂ ਦੇ ਖਿੱਚ ਸੀ, ਔਰ ਉਹਨੇ ਬਹੁਤ ਕੁਝ ਕੀਤਾ ਵੀ ਮੈਨੂੰ ਗੁਰਿਆਈ ਮਿਲ ਜਾਏ। ਇਹਦੇ ਪਿੱਛੇ ਵੀ ਜਦੋਂ ਵੇਖਦੇ ਹਾਂ ਤਾਂ ਇਹ ਵੀ ਰਾਜਨੀਤਿਕ ਬੰਦਿਆਂ ਦੇ ਕੰਮ ਹੁੰਦੇ ਆ, ਜਿਹੜੇ ਘਰ ਦੇ ਵਿੱਚ ਜਾਂ ਜਿਸ ਕੋਈ ਸੰਪਰਦਾ ਦੀ ਗੱਲ ਕਰ ਲਓ ਜਾਂ ਜਿਸ ਧਰਮ ਦੀ ਗੱਲ ਕਰ ਲਓ ਜਾਂ ਜਿਸ ਇਲਾਕੇ ਦੇ ਲੋਕਾਂ ਦੀ ਚੰਗੀ ਗੱਲ ਹੋਵੇ ਜਾਂ ਜਿਹਨੂੰ ਡੇਗਣਾ ਹੋਵੇ, ਉਹਦੇ ਵਿੱਚੋਂ ਹੀ ਫਿਰ ਉਹਨਾਂ ਦੇ ਬੰਦਿਆਂ ਨੂੰ ਇਹ ਚੁੱਕ ਚੁਕਾ ਕੇ ਇੱਕ ਦੂਜੇ ਦੇ ਖਿਲਾਫ ਕਰ ਦਿੰਦੇ ਆ। ਜਦੋਂ ਪੜ੍ਹਦੇ ਹਾਂ ਆਪਾਂ ਸਿੱਖ ਰਾਜ ਦੇ ਸਮੇਂ ਦੇ ਹਾਲਾਤਾਂ ਨੂੰ ਕਿ ਸਿੱਖ ਰਾਜ ਕਿਵੇਂ ਗਿਆ, ਉਹ ਕਲਕੱਤੇ ਬੈਠ ਕੇ ਪੰਜਾਬ ਵੜਨ ਤੋਂ ਪਹਿਲਾਂ ਅੰਗਰੇਜ਼ਾਂ ਨੂੰ ਖਾਲਸੇ ਦੀ ਸ਼੍ਰੀ ਸਾਹਿਬ ਦੀ ਚਮਕ ਨੇ ਡਰਾਇਆ ਹੋਇਆ ਸੀ। ਉੱਥੇ ਬੈਠ ਕੇ ਇਹਨਾਂ ਦਾ ਇਤਿਹਾਸ ਲਿਖਾਉਂਦੇ ਰਹੇ ਵੀ ਕਿੱਦਾਂ ਦੇ ਬੰਦੇ ਆ, ਇਹਨਾਂ ਦੀਆਂ ਕਿਹੜੀਆਂ ਕਮਜ਼ੋਰੀਆਂ ਨੇ, ਕਿਹੜੀਆਂ ਇਹਨਾਂ ਲੋਕਾਂ ਦੀਆਂ ਖਾਸੀਅਤਾਂ ਨੇ, ਕੀ ਕੁਝ ਕਰਦੇ ਆ।
ਜਿੰਨਾ ਚਿਰ ਮਹਾਰਾਜਾ ਰਣਜੀਤ ਸਿੰਘ ਸਾਹਿਬ ਜਿਉਂਦੇ ਰਹੇ ਉਹਨਾਂ ਸਮਾਂ ਤੇ ਆ ਨਹੀਂ ਸਕੇ, ਪਰ ਜਦੋਂ ਅੱਖਾਂ ਮੀਟ ਗਿਆ ਉਹਨਾਂ ਨੇ ਨਾਲ ਦੀ ਨਾਲ ਫੁੱਟ ਪਾਈ ਅਤੇ ਪਾੜੋ ਅਤੇ ਰਾਜ ਕਰੋ ਦੀ ਨੀਤੀ ਅਪਣਾਈ। ਡੋਗਰਿਆਂ ਨੂੰ ਅੱਗੇ ਕੀਤਾ। ਇਹ ਨੀਤੀਆਂ ਇਸੇ ਤਰੀਕੇ ਇਸ ਗੱਲ 'ਚ ਵੀ ਕੋਈ ਦੋਰਾਵਾ ਨਹੀਂ ਕਿ ਉਹਨਾਂ ਪ੍ਰਿਥੀ ਚੰਦ ਨੂੰ ਗੁਰੂ ਜੀ ਦੇ ਭਰਾਤਾਂ ਨੂੰ ਨਾ ਚੁੱਕਿਆ ਹੋਵੇ, ਮੌਕੇ ਦੀਆਂ ਸਰਕਾਰਾਂ ਨੇ ਗੱਦੀ ਦੇ ਲਈ ਪ੍ਰੇਰਨਾ ਦਿੱਤੀ ਹੋਵੇ। ਹਾਲਾਂਕਿ ਗੁਰੂ ਜੀ ਨੇ ਉਹਨੂੰ ਬਹੁਤ ਕੁਝ ਦੇ ਦਿੱਤਾ ਸੀ। ਘਰ ਦੇ ਵਿੱਚੋਂ ਜੋ ਕੁਝ ਹਿੱਸਾ ਬਣਦਾ ਸੀ ਉਹ ਦੇ ਦਿੱਤਾ ਸੀ ਉਹਨੂੰ। ਇੱਥੋਂ ਤੱਕ ਉਹਨੂੰ ਜੋ ਬਣਦਾ ਸੀ ਉਹ ਤੋਂ ਵੱਧ ਦੇ ਦਿੱਤਾ ਸੀ। ਜੋ ਉਹ ਦਰਬਾਰ ਸਾਹਿਬ ਦੀ ਗੱਲ ਕਰਦਾ ਸੀ, ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਹੁਣੀ ਦਰਬਾਰ ਸਾਹਿਬ ਵੀ ਛੱਡ ਕੇ ਚਲੇ ਗਏ। ਅੰਮ੍ਰਿਤਸਰ ਸਾਹਿਬ ਤੋਂ ਬਡਾਲੀ ਚਲੇ ਗਏ, ਬਡਾਲੀ ਸਾਹਿਬ ਜਿਹਨੂੰ ਅਸੀਂ ਕਹਿੰਦੇ ਹਾਂ, ਉੱਧਰ ਨੂੰ ਚਲੇ ਗਏ। ਉੱਥੇ ਕਿੰਨਾ ਸਮਾਂ ਉੱਥੇ ਮਹਾਰਾਜ ਰਹੇ। ਫਿਰ ਵੀ ਉਦੋਂ ਬਾਅਦ ਵੀ ਇਸ ਤਰੀਕੇ ਉਹ ਵੀ ਇੱਕ ਕਾਰਨ ਤੇ ਥੋੜ੍ਹਾ ਜਿਹਾ ਬਣਦਾ, ਪਰ ਬਹੁਤ ਵੱਡਾ ਨਹੀਂ। ਦੋ ਕਾਰਨ। ਤੀਜਾ ਇੱਕ ਹੋਰ, ਜਦੋਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਇਕੱਤਰਤ ਕੀਤੀ, ਇਕੱਠੀ ਕਰਕੇ ਸਾਰੀ ਦੀ ਸਾਰੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਿਆਰ ਕੀਤਾ। ਉਸ ਵੇਲੇ ਸਮੇਂ ਦੇ ਜਿਹੜੇ ਆਲੇ ਦੁਆਲੇ ਇਲਾਕਿਆਂ ਦੇ ਸੰਤ ਸਨ, ਜਿਹੜੇ ਬੜੇ ਮਸ਼ਹੂਰ ਸਨ, ਜਿਨ੍ਹਾਂ ਵਿੱਚੋਂ ਕਾਨਾ ਸੀ, ਪੀਲੂ ਸੀ, ਛੱਜੂ ਸੀ, ਸ਼ਾਹ ਹੁਸੈਨ ਸੀ, ਉਦੋਂ ਉਹ ਵੀ ਗੁਰੂ ਜੀ ਨੂੰ ਮਿਲਣ ਆਏ ਅੰਮ੍ਰਿਤਸਰ ਸਾਹਿਬ। ਜਦੋਂ ਗੁਰੂ ਜੀ ਇਹ ਭਾਈ ਗੁਰਦਾਸ ਜੀ ਤੋਂ ਬਾਣੀ ਲਿਖਵਾ ਰਹੇ ਸਨ, ਉਸ ਵੇਲੇ ਇਹ ਆ ਕੇ ਮਿਲੇ। ਇਹਨਾਂ ਨੇ ਵੀ ਆਪਣੀ ਰਚਨਾ, ਆਪਣੀ ਕਵਿਤਾ ਗੁਰੂ ਜੀ ਅੱਗੇ ਪੇਸ਼ ਕੀਤੀ ਅਤੇ ਕਹਿਣ ਲੱਗੇ ਜੀ ਸਾਡੀ ਬਾਣੀ ਵੀ ਤੁਸੀਂ ਆਪਣੇ ਗ੍ਰੰਥ ਵਿੱਚ ਲਿਖੋ। ਗੁਰੂ ਜੀ ਨੇ ਜਦੋਂ ਉਹਨਾਂ ਨੂੰ ਵੇਖਿਆ, ਪੜ੍ਹਿਆ, ਵਾਚਿਆ ਅਤੇ ਉਹਨਾਂ ਦੀ ਜਿਹੜੀ ਰਚਨਾ ਸੀ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਬਰਾਬਰ ਨਹੀਂ ਸੀ, ਜਾਂ ਉਹਨਾਂ ਦੀ ਰਚਨਾ ਦੇ ਵਿੱਚ ਕਿਤੇ ਇਸਤਰੀ ਦੀ ਨਿੰਦਿਆ, ਕਿਤੇ ਰਾਜ ਦੀ ਚਾਪਲੂਸੀ ਸੀ, ਜਾਂ ਕਿਤੇ ਨਾ ਕਿਤੇ ਆਪਣੇ ਹੰਕਾਰ ਦੀ ਬੋ ਮਾਰਦੀ ਸੀ। ਮੈਂ ਉਹੀ ਰੇ, ਮੈਂ ਉਹੀ ਰੇ, ਇੱਦਾਂ ਦੀਆਂ ਗੱਲਾਂ ਕਰਦੇ ਸੀ। ਜਾਂ ਇਸਤਰੀ ਦੀ ਕਾਗਜ਼ ਸੰਧੀ ਪੂਤਰੀ ਤਉ ਨਾ ਤ੍ਰਿਆ ਨਿਹਾਰ, ਇਸਤਰੀ ਕਾਗਜ਼ ਦੀ ਵੀ ਬਣੀ ਹੋਵੇ ਉਹਦੇ ਵੱਲ ਵੇਖਿਓ ਨਾ, ਇੱਦਾਂ ਦੀਆਂ ਗੱਲਾਂ ਸੀ ਉਹਨਾਂ ਵੱਲ। ਗੁਰੂ ਜੀ ਨੇ ਉਹ ਸਭ ਕੁਝ ਵੇਖ ਕੇ ਉਹਨਾਂ ਨੂੰ ਆਖਿਆ ਵੀ ਠੀਕ ਹੈ, ਤੁਹਾਡੇ ਲਈ ਕਵਿਤਾ ਕਿਸੇ ਪੱਖ ਤੋਂ ਤੁਹਾਡੇ ਆਪਣੀ ਮਨੋਦਸ਼ਾ ਨੂੰ ਇਹ ਦੱਸਦੀ ਹੈ, ਪਰ ਜਿਹੜੀ ਇਹ ਧੁਰਕੀ ਬਾਣੀ ਹੈ ਇਹਦੇ ਅਨੁਸਾਰ ਹੀ ਨਹੀਂ, ਇਹ ਫਿੱਟ ਨਹੀਂ ਬੈਠਦੀ ਗੱਲ, ਇਹ ਨਹੀਂ ਲਿਖੀ ਜਾ ਸਕਦੀ। ਉਹਨਾਂ ਆਖਿਆ ਜੀ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਉਦੋਂ ਪੋਥੀ ਕਹਿੰਦੇ ਸਨ, ਪੋਥੀ ਸਾਹਿਬ ਦੇ ਵਿੱਚ ਜੇ ਤੁਸੀਂ ਇਹ ਬਾਣੀ ਸਾਡੀ ਦਰਜ ਕਰ ਦਿਓ, ਤੁਹਾਡੇ ਗ੍ਰੰਥ ਨੂੰ ਬੜੀ ਮਾਨਤਾ ਮਿਲੇਗੀ, ਬਹੁਤ ਮਸ਼ਹੂਰੀ ਹੋ ਜਾਏਗੀ। ਸਾਡੇ ਲੋਕ ਵੀ ਜਿਹੜੇ ਸਾਡੇ ਭਗਤ ਆ ਉਹ ਵੀ ਇਸ ਗ੍ਰੰਥ ਦਾ ਪਠਨ ਪਾਠਨ ਕਰਨਗੇ। ਗੁਰੂ ਜੀ ਨੇ ਆਖਿਆ ਨਹੀਂ, ਤੁਸੀਂ ਆਪਣੀ ਵੱਖਰੀ ਉਹ ਪੜ੍ਹਾ ਲਓ। ਉਹਦੇ ਵਿੱਚ ਵੀ ਉਹਨਾਂ ਵੀ ਆਖਿਆ ਸੀ ਵੀ ਅਸੀਂ ਜਿੰਨਾ ਕੁ ਜ਼ੋਰ ਲੱਗੇਗਾ ਅਸੀਂ ਤੁਹਾਨੂੰ ਛੱਡਾਂਗੇ ਨਹੀਂ, ਤੁਸੀਂ ਸਾਡੀ ਬੇਇੱਜ਼ਤੀ ਕੀਤੀ ਆ ਸਾਡੇ। ਪਰ ਜੇ ਫਿਰ ਵੀ ਇਤਿਹਾਸ ਨੂੰ ਵੇਖੀਏ ਕਿ ਉਹਨਾਂ ਦੇ ਕਿਸੇ 'ਤੇ ਹੋ ਗਿਆ, ਇਹ ਤਾਂ ਕੋਈ ਵੱਡੀ ਗੱਲ ਨਹੀਂ ਬਣਦੀ। ਕੋਈ ਆਪਣੀ ਮਰਜ਼ੀ ਹੈ, ਕੋਈ ਧੱਕਾ ਤਾਂ ਕਿਸੇ ਨਾਲ ਕੀਤਾ ਨਹੀਂ ਜਾ ਸਕਦਾ। ਹੁਣ ਮੇਨ ਕਾਰਨ ਕੀ ਹੈ? ਮੇਨ ਕਾਰਨਾਂ ਦਾ ਪਤਾ ਲੱਗਦਾ ਹੈ ਜਿਸ ਵੇਲੇ ਤੁਝ ਕੇ ਜਹਾਂਗੀਰੀ ਜਾਂ ਜਹਾਂਗੀਰ ਵੱਲੋਂ ਆਪਣੀ ਜੀਵਨੀ ਜਿਹੜੀ ਆਪਣੀ ਲਿਖਤ ਲਿਖਦਾ ਹੈ, ਆਪਣੇ ਰੋਜ਼ਾਨਾ ਡਾਇਰੀ, ਉਹ ਸਾਂਝੀ ਹੁੰਦੀ ਹੈ। ਜਦੋਂ ਹੋਇਆ ਇਹ ਹੈ ਕਿ ਗੁਰੂ ਘਰ ਦੇ ਅੰਦਰ ਜਿੰਨਾ ਚਿਰ ਤੇ ਅਕਬਰ ਬਾਦਸ਼ਾਹ ਰਿਹਾ, ਅਕਬਰ ਦਾ ਸੁਭਾਅ ਬੜਾ ਖੁੱਲ੍ਹ ਦਿਲਾ ਸੀ, ਉਹ ਕੱਟੜਪੰਥੀ ਨਹੀਂ ਸੀ। ਪਹਿਲਾਂ ਬਾਬਰ ਰਿਹਾ, ਬਾਬਰ ਗੁਰੂ ਨਾਨਕ ਦੇਵ ਸਾਹਿਬ ਨੂੰ ਮਿਲਿਆ, ਪਰ ਗੁਰੂ ਜੀ ਦੇ ਬਚਨਾਂ ਤੋਂ ਐਸਾ ਪ੍ਰਭਾਵਿਤ ਹੋਇਆ ਸਿਰ ਝੁਕਾਉਣਾ ਪਿਆ।
ਬਾਬਰ ਤੋਂ ਬਾਅਦ ਹਮਾਯੂ ਗੁਰੂ ਜੀ ਦੇ ਕੋਲ ਆਇਆ, ਗੁਰੂ ਅੰਗਦ ਦੇਵ ਸਾਹਿਬ ਜੀ ਦੇ। ਗੁਰੂ ਅੰਗਦ ਦੇਵ ਸਾਹਿਬ ਦੇ ਕੋਲ ਉਹਨੇ ਸ੍ਰੀ ਸਾਹਿਬ ਕੱਢਣੀ ਚਾਹੀ, ਪਰ ਮਹਾਰਾਜ ਨੇ ਉਹਨੂੰ ਐਸੀ ਫਟਕਾਰ ਪਾਈ ਅਤੇ ਨਾਲ ਆਖਿਆ ਇੱਥੇ ਚੱਕ ਦੇ, ਅਤੇ ਜਿੱਥੇ ਚੁੱਕਣੀ ਸੀ ਜੰਗ ਦੇ ਵਿੱਚ ਉੱਥੇ ਤੇ ਹਾਰ ਕੇ ਆ ਗਿਆ। ਜੰਗ ਵਿੱਚ ਚੱਕ ਤਲਵਾਰ। ਉੱਥੋਂ ਗਿਆ, ਫਿਰ ਭੱਜਿਆ ਅੱਗੇ ਈਰਾਨ ਵੱਲ ਗਿਆ ਅਤੇ ਉੱਥੋਂ ਤਾਕਤ ਇਕੱਠੀ ਕਰਕੇ ਲਿਆਇਆ। ਫਿਰ ਰਾਜ ਵਾਪਸ ਲਿਆ ਉਹਨੇ ਕਈ ਸਾਲਾਂ ਬਾਅਦ, ਹਮਾਯੂ। ਉਸ ਤੋਂ ਬਾਅਦ ਫਿਰ ਇਹਨਾਂ ਦਾ ਬਾਦਸ਼ਾਹ ਆ ਅਕਬਰ। ਅਕਬਰ ਜਿਹੜਾ, ਉਹਦੇ ਬਾਰੇ ਤਾਂ ਐਸਾ ਮਿਲਦਾ ਹੁਣ ਵੀ, ਜਿਹਦੇ ਇਹ ਤਾਂ ਗੱਲਾਂ ਪ੍ਰਤੱਖ ਨੇ ਨਾ, ਕੋਈ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ। ਪ੍ਰਮਾਣ ਹੁੰਦਾ ਵੀ ਉਹਨੂੰ ਦੇਖਿਆ ਜਾਵੇ ਬਸ। ਉਹ ਕੀ ਹੈ, ਆਮ ਤੌਰ 'ਤੇ ਮੁਸਲਮਾਨ ਲੋਕ ਹੈ ਜਿਹੜੇ ਹਿੰਦ ਦੇ ਵਾਸੀ, ਉਹਨਾਂ ਦਾ ਸਿਰ, ਉਹਨਾਂ ਦਾ ਜਿਹੜੀ ਕਹਿ ਲਓ ਕਿ ਕਬਰ ਪੁੱਟੀ ਜਾਂਦੀ ਹੈ, ਉਹਦੇ ਵਿੱਚ ਇਹ ਧਿਆਨ ਰੱਖਿਆ ਜਾਂਦਾ ਖਾਸ ਕਰਕੇ ਕਿ ਇਹਦਾ ਜਿਹੜਾ ਸਿਰ ਹੈ ਪੱਛਮ ਵੱਲ ਹੋਵੇ। ਪਰ ਅਕਬਰ ਦੀ ਕਬਰ ਦੇ ਵਿੱਚ ਉਹਨੇ ਆਪਣੇ, ਜਦੋਂ ਮਰਨ ਲੱਗਿਆ ਸੀ, ਮਰਨ ਤੋਂ ਪਹਿਲਾਂ ਆਪਣੀ ਵਸੀਅਤ 'ਚ ਉਹਨੇ ਇਹ ਗੱਲ ਲਿਖਾਈ ਸੀ, ਮੇਰਾ ਜਿਹੜਾ ਸਿਰ ਹੈ ਚੜ੍ਹਦੇ ਵੱਲ ਕਰਿਓ, ਮੇਰੇ ਪੈਰ ਆਪੇ ਸ਼ਿਵ ਦੇ ਵੱਲ ਹੋ ਜਾਣਗੇ, ਜਾਣੀ ਪੱਛਮ ਵੱਲ। ਔਰ ਉਸ ਦੀ ਇਸ ਗੱਲ 'ਤੇ ਹਦਾਇਤ ਉੱਤੇ ਅਸਰ ਵੀ ਕੀਤਾ ਗਿਆ, ਕਿਉਂਕਿ ਲਿਖ ਕੇ ਗਿਆ ਸੀ। ਅਮਲ ਕਰਨਾ ਪਿਆ। ਉਹ ਜਦੋਂ ਮਰਿਆ, ਉਹਦੀ ਕਬਰ ਸੀ ਜਿਹੜੀ, ਉਹਦਾ ਸਿਰ ਸੀ ਪੂਰਬ ਵਾਲੇ ਪਾਸੇ ਚੜ੍ਹਦੇ ਵੱਲ ਕਰਨਾ ਪਿਆ, ਜਿੱਥੋਂ ਪਤਾ ਲੱਗਦਾ ਸੀ ਕਿ ਉਹ ਜਿਹੜੀਆਂ ਇਹ ਬੰਦਿਸ਼ਾਂ ਸੀਆਂ ਕਿ ਰੱਬ ਪੱਛਮ ਵੱਲ ਹੈ, ਪੂਰਬ ਵੱਲ ਨਹੀਂ, ਇਹਨਾਂ ਚੀਜ਼ਾਂ ਨੂੰ ਕਿੰਨਾ ਕੁ ਜਾਣ ਚੁੱਕਾ ਸੀ। ਉਹਦੇ ਸਮੇਂ ਕੀ ਕੁਝ ਬਾਕੀ ਧਰਮਾਂ ਵਾਲਿਆਂ ਦੇ ਨਾਲ ਹੁੰਦਾ ਹੋਵੇਗਾ, ਪਰ ਇੰਨਾ ਜ਼ਿਆਦਾ ਨਹੀਂ ਜਿੰਨਾ ਜਹਾਂਗੀਰ ਇਤਿਆਦਕ ਦੇ ਸਮੇਂ। ਉਦੋਂ ਬਾਅਦ ਫਿਰ ਵੱਧਦਾ ਔਰੰਗਜ਼ੇਬ ਨੇ ਤਾਤੇ ਕਰ ਦਿੱਤੀ ਨਾ, ਇੱਦਾਂ ਹੋਇਆ। ਕੁਛ ਗੱਲ ਐਸੀ ਵੀ ਸੀ ਕਿ ਇਹ ਜਿਹੜਾ ਗੁਰੂ ਘਰ ਦਾ ਪ੍ਰਚਾਰ ਸੀ, ਇਹ ਫਿਰ ਜਿਹੜੇ ਉਸ ਸਮੇਂ ਦੇ ਕੱਟੜ ਮੁਸਲਮਾਨ ਸਨ, ਨਿਰੋਲ ਧਾਰਮਿਕ ਔਰ ਰਾਜਨੀਤਿਕ ਵਿਰੋਧਤਾ ਸੀ ਇਹ, ਜਾਂ ਘਰੇਲੂ ਜਾਂ ਰਿਸ਼ਤੇਦਾਰੀ ਦੀ ਮਾੜੇ ਮੋਟੇ ਕਾਰਨ ਹੋ ਸਕਦੇ, ਪਰ ਵੱਡੇ ਨਹੀਂ ਇਹ। ਉਸ ਵੇਲੇ ਦੇ ਜਿਹੜੇ ਧਾਰਮਿਕ ਆਗੂ ਸਨ, ਉਹ ਗੁਰੂ ਘਰ ਤੋਂ, ਕਹਿ ਲਓ ਕਿ ਗੁਰੂ ਘਰ ਦੇ ਪ੍ਰਚਾਰ ਤੋਂ, ਗੁਰੂ ਨਾਨਕ ਦੀ ਸਿੱਖੀ ਤੋਂ ਇੰਨੇ ਖਫਾ ਸਨ ਕਿ ਅੰਦਰੋਂ ਅੰਦਰੀ ਉਹ ਗੂੰਦਾਂ ਹੀ ਗੂੰਦਦੇ ਰਹਿੰਦੇ ਸਨ ਵੀ ਕਿਵੇਂ ਨਾ ਕਿਵੇਂ, ਕਿਸ ਤਰੀਕੇ ਇਹ ਗੁਰੂ ਨਾਨਕ ਦਾ ਜੋ ਆਵਾਜ਼ਾ ਹੈ, ਬੋਲਾ ਹੈ, ਇਹਨੂੰ ਬੰਦ ਕੀਤਾ ਜਾਵੇ ਬਸ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਕਾਰਨ ਵੀ ਇਹੀ ਸੀ। ਉਹਨਾਂ ਨੂੰ ਇਹ ਸੀ ਵੀ ਗੁਰੂ ਜੀ ਨੂੰ ਸ਼ਹੀਦ ਕਰ ਦਿੱਤਾ ਜਾਏ, ਤਸੀਹੇ ਦੇ ਦਿੱਤੇ ਜਾਣ, ਮੁੜ ਕਿਹਨੇ ਸਿੱਖ ਬਣਨਾ, ਖਤਮ ਹੋ ਜਾਏਗਾ ਸਭ ਕੁਝ ਅੱਗੋਂ। ਪਰ ਐਸਾ ਨਹੀਂ ਹੋਇਆ ਕਰਦਾ। ਸ਼ਹੀਦ ਤੋਂ ਬਾਅਦ ਕੌਮਾਂ ਖਤਮ ਨਹੀਂ ਹੁੰਦੀਆਂ, ਸ਼ਹੀਦਾਂ ਤੋਂ ਬਾਅਦ ਕੌਮਾਂ ਦੇ ਬੰਨ੍ਹ ਨੂੰ ਬੰਨ੍ਹੇ ਜਾਂਦੇ ਹੁੰਦੇ। ਜਿਸ ਕੌਮ ਦੇ ਵਿੱਚ ਸ਼ਹੀਦ ਨਹੀਂ, ਸ਼ਹਾਦਤ ਦਾ ਸੰਕਲਪ ਨਹੀਂ, ਉਹ ਕੌਮਾਂ ਰੁਲ ਖੁਲ ਜਾਂਦੀਆਂ, ਭਟਕ ਜਾਂਦੀਆਂ, ਖਤਮ ਹੋ ਜਾਂਦੀਆਂ, ਕਦੇ ਨਾ ਕਦੇ ਸੁੱਕ ਜਾਂਦੀਆਂ। ਪਰ ਜਿੱਥੇ ਸ਼ਹਾਦਤ ਦਾ ਸੰਕਲਪ ਹੈ, ਜਿੱਥੇ ਸ਼ਹੀਦ ਹਨ, ਸ਼ਹੀਦ ਕੌਮ ਦੀ ਜਿਹੜੀ ਜਿੰਦ ਜਾਨ ਹੁੰਦੇ ਆ, ਇਹ ਸੱਚ ਹੈ। ਇਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਸਨ। ਉਸ ਵੇਲੇ ਕਿਸੇ ਨਾ ਕਿਸੇ ਬਹਾਨੇ ਕਦੇ ਸੁਲਹੀ ਖਾਨ, ਕਦੇ ਸੁਲਭੀ ਖਾਨ ਇਤਿਆਦਿਕ ਵੀ ਆਉਂਦੇ ਰਹੇ, ਪਰ ਉਹ ਸਮਾਂ ਟਲਦਾ ਗਿਆ। ਜਿਸ ਵੇਲੇ ਅਕਬਰ ਬਾਦਸ਼ਾਹ ਬਿਮਾਰ ਜਿਹਾ ਹੋਇਆ, ਉਦੋਂ ਦੇ ਮਨ ਵਿੱਚ ਸੀ ਵੀ ਮੈਂ ਹੁਣ ਰਾਜ ਗੱਦੀ ਕਿਹਨੂੰ ਦੇਵਾਂ। ਉਹਦਾ ਪੋਤਰਾ ਅਮੀਰ ਖੁਸਰੋ ਜੀ ਦਾ ਨਾਂ ਸੀ। ਉਹਦੇ ਨਾਲ ਅਕਬਰ ਉਹਦੇ ਉੱਤੇ ਬੜਾ ਖੁਸ਼ ਸੀ ਕਿ ਮੈਂ ਇਹਨੂੰ ਰਾਜ ਗੱਦੀ ਦੇਵਾਂ ਅਤੇ ਇਹਨੂੰ ਰਾਜਾ ਬਣਾ ਦਾਂ। ਉਹ ਹੈ ਸੀ ਇਹਦਾ ਜਹਾਂਗੀਰ ਦਾ ਹੀ ਪੁੱਤ ਸੀ। ਇਹਦਾ ਜਹਾਂਗੀਰ, ਉਦੋਂ ਪਹਿਲਾਂ ਇਹਦਾ ਨਾਂ ਸਲੀਮ ਸੀ, ਰਾਜਾ ਨਹੀਂ ਸੀ ਬਣਿਆ ਜਦੋਂ। ਸਲੀਮ
ਰਾਜ ਗੱਦੀ 'ਤੇ ਬੈਠ ਕੇ ਨੇ ਜਹਾਂਗੀਰ ਨਾਂ ਰਖਾਇਆ। ਜਹਾਂਗੀਰ ਦਾ ਅਰਥ ਹੁੰਦਾ ਜਹਾਂ, ਗੀਰ ਹੁੰਦਾ ਅੰਗੀਕਾਰ ਕਰਨਾ, ਜਿਹਦੇ ਹੱਥ 'ਚ ਜਹਾਨ ਦੀ ਚਾਬੀ ਹੋਵੇ, ਜਿਹੜੇ ਹੱਥ 'ਚ ਕਾਬੂ ਕੀਤਾ ਹੋਵੇ ਦੁਨੀਆ ਨੂੰ, ਉਹ ਜਹਾਂਗੀਰ ਹੁੰਦਾ। ਇਹ ਬਾਦਸ਼ਾਹ ਲੋਕ ਜ਼ਿਆਦਾਤਰ ਇੱਦਾਂ ਹੀ ਕਰਦੇ ਹੁੰਦੇ, ਜਿਹੜਾ ਤਖਤ 'ਤੇ ਬੈਠਣਾ ਉਦੋਂ ਆਪਣਾ ਨਾਂ ਫਿਰ ਇੱਦਾਂ ਵੱਡਾ ਜਿਹਾ ਰਖਾਉਣਾ। ਉਂਝ ਤਾਂ ਮਾਂ ਬਾਪ ਨਾਂ ਰੱਖਦੇ ਆ, ਪਰ ਗੁਰਬਾਣੀ 'ਚ ਵੀ ਇਸ ਤਰ੍ਹਾਂ ਦਾ ਭਾਵ ਆਉਂਦਾ, ਚੰਗਾ ਨਾਂ ਰਖਾਏਗਾ ਜਸ ਕੀਰਤ ਜਗ ਲੈ, ਵੀ ਨਾਂ ਚੰਗਾ ਰਖਾ ਲਵੇ, ਇਹਦਾ ਮਤਲਬ ਬੰਦਾ ਆਪ ਹੀ ਰਖਾਉਂਦਾ। ਸਾਡੇ ਵਿੱਚ ਵੀ ਰਿਵਾਜ ਜੇ ਬਣੇ ਹੋਏ ਤਖੱਲਸ ਜੇ ਲਾਉਣੇ, ਹਾਲਾਂਕਿ ਗੁਰੂ ਜੀ ਨੇ ਸਿੰਘ ਦਿੱਤਾ ਹੈ, ਅਤੇ ਸਿੰਘ ਤੋਂ ਵੱਡਾ ਤਾਂ ਨਾ ਕੋਈ ਪਤੰਗਾ ਹੈ ਅਤੇ ਨਾ ਕੋਈ ਟਟਹਿਣਾ, ਸਭ ਕੁਝ ਥੱਲੇ ਹੀ ਆ ਕੰਮ, ਸਿੰਘੇ ਚੰਗਾ ਹੁੰਦਾ, ਪਰ ਸਾਡੇ ਚੱਲਦਾ ਕੰਮ। ਰਹੋ ਵਿਚਾਰ। ਇਹਨੇ ਤਖਤ 'ਤੇ ਬੈਠਣ ਤੋਂ ਪਹਿਲਾਂ ਦੀ ਗੱਲ ਹੈ ਕਿ ਅਕਬਰ ਚਾਹੁੰਦਾ ਸੀ ਕਿ ਆਪਣੇ ਪੋਤਰੇ ਨੂੰ ਗੱਦੀ ਦਿੱਤੀ ਜਾਏ। ਸਲੀਮ ਦੇ ਆਪਣੇ ਪੁੱਤਰ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਸੀ, ਕਿਉਂਕਿ ਉਹਦੀਆਂ ਕੁਝ ਗੱਲਾਂ ਉਹਨੂੰ ਪਸੰਦ ਨਹੀਂ ਸੀ, ਜਿਹਦੇ ਵਿੱਚੋਂ ਉਹ ਇੱਕ ਤਾਂ ਸ਼ਰਾਬੀ ਬੜਾ ਸੀ, ਹੱਥ ਦਰਜੇ ਦਾ ਬਹੁਤ, ਇੱਕ ਮਨ ਉਹਦਾ ਟਿਕਦਾ ਨਹੀਂ ਸੀ, ਬੜਾ ਭੜਕਦਾ ਸੀ, ਵਾਸ਼ਨਾ ਇੰਨੀ ਭਰੀ ਹੋਈ ਸੀ ਕਿ ਮਾਨੋ ਕਿ ਉਹ ਰਾਜਾ ਬਣਨ ਦੀ ਯੋਗਤਾ ਹੀ ਨਹੀਂ ਸੀ ਰੱਖਦਾ, ਆਪਣੇ ਉੱਤੇ ਸੰਤੁਲਨ ਨਹੀਂ ਸੀ ਰੱਖ ਪਾਉਂਦਾ। ਪਰ ਉਸ ਸਮੇਂ ਦੇ ਜਿਹੜੇ ਧਾਰਮਿਕ ਆਗੂ ਸਨ, ਇਸਲਾਮਿਜ਼ਮ ਦਾ ਜਿਹੜਾ ਪ੍ਰਚਾਰ ਕਰਨਾ ਚਾਹੁੰਦੇ ਸਨ ਪੂਰੇ ਹਿੰਦ ਦੇ ਵਿੱਚ, ਉਹਨਾਂ ਨੇ ਚਾਰੇ ਪਾਸੇ ਨੂੰ ਸਰ ਕੀਤਾ, ਪਰ ਪੰਜਾਬ ਦੇ ਉੱਤੇ ਉਹਨਾਂ ਦਾ ਕਾਬੂ ਨਹੀਂ ਸੀ ਆ ਰਿਹਾ। ਉਹਦਾ ਕਾਰਨ ਇਹ ਸੀ ਕਿ ਪੰਜਾਬ ਦੇ ਵਿੱਚ ਕਾਫੀ ਵੱਡਾ ਪੰਜਾਬ ਸੀ, ਇੱਧਰ ਪੂਰੇ ਕਹਿ ਲਓ ਕਿ ਦੂਰ ਤੱਕ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਸਿੱਖ ਸਨ, ਔਰ ਗੁਰੂ ਨਾਨਕ ਦੇ ਘਰ ਦੀ ਜਿਹੜੀ ਗੱਲ ਸੀ ਉਹ ਐਸੀ ਅਨੋਖੀ ਸੀ ਕਿ ਉਹਨਾਂ ਨੂੰ ਕੋਈ ਜਵਾਬ ਨਹੀਂ ਸੀ ਆਉਂਦਾ। ਉਹ ਚਾਹੁੰਦੇ ਸਨ ਕਿਵੇਂ ਨਾ ਕਿਵੇਂ ਗੁਰੂ ਨਾਨਕ ਦੇ ਘਰ ਤੋਂ ਜੋ ਨਿਕਲਦੀ ਆਵਾਜ਼ ਹੈ ਉਹਨੂੰ ਬੰਦ ਕੀਤਾ ਜਾਵੇ। ਇਸ ਗੱਲ ਦੀ ਜਿਹੜਾ ਅਹਿਮਦ ਸਰਹੰਦੀ ਸੀ, ਸਰਹੰਦ ਦੇ ਵਿੱਚ ਬੈਠਾ ਸੀ, ਜਦੋਂ ਜਾਂਦੇ ਨਾ ਕਈ ਤਾਂ ਸਾਡੇ ਭੋਲੇ ਨਹੀਂ ਭੁੱਲੇ, ਕਈ ਸਾਡੇ ਭੁੱਲੇ ਸਿੱਖ ਵੀ ਉੱਥੇ ਜਾਂਦੇ ਆ। ਸਰਹੰਦ ਜਾਓਗੇ ਜਦੋਂ, ਜਿੱਥੇ ਮੋਤੀ ਰਾਮ ਮਹਿਰਾ ਜੀ ਦਾ ਗੁਰਦੁਆਰਾ ਬਣਿਆ ਬਾਬਾ ਜੀ ਦਾ, ਉਹਦੇ ਸਾਹਮਣੇ ਇੱਕ ਵੱਡੀ ਜੀ ਮਜ਼ਾਰ ਹੈ, ਉਹ ਅਹਿਮਦ ਸਰਹੰਦੀ ਦਾ ਉਹ ਅਸਥਾਨ ਹੈ, ਜਿਹਦਾ ਬਹੁਤ ਵੱਡਾ ਹੱਥ ਸੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਵਿੱਚ। ਪਰ ਤੁਸੀਂ ਕਈ ਪੱਗਾਂ ਵਾਲਿਆਂ ਨੂੰ, ਕਈ ਸਿੱਖਾਂ ਨੂੰ ਉੱਥੇ ਜਾ ਕੇ ਸੁੱਖਣਾ ਸੁੱਖਦੇ ਦੇਖੋਗੇ। ਫਰਕ ਹੈ ਇੱਕ ਤਾਂ ਉੱਦਾਂ ਦੇਖਣ ਲਈ ਜਾਣਾ, ਵੀ ਦੇਖਣਾ ਵੀ ਕੀ ਹੈ ਇਹ ਕੀ ਸੀ, ਕਈ ਬੰਦਿਆਂ ਦੇ ਅੰਦਰ ਖੋਜ ਦੀ ਅੰਦਰ ਚਿੰਗਾਰੀ ਹੁੰਦੀ ਹੈ ਵੀ ਇਹ ਚੀਜ਼ ਨੂੰ ਵੇਖਣਾ ਕੀ ਹੈ, ਪਰ ਕਈਆਂ ਨੂੰ ਪਤਾ ਹੀ ਨਹੀਂ। ਉੱਥੇ ਜਾਣਾ ਅਤੇ ਲੋਕ ਜਾਂਦੇ, ਉੱਥੇ ਧਾਗੇ ਬੰਨ੍ਹਦੇ ਆ, ਉੱਥੇ ਕੰਧਾਂ 'ਤੇ ਲਿਖੀ ਜਾਂਦੇ ਆ, ਉੱਥੇ ਸੁੱਖਣਾ ਸੁੱਖਦੇ ਆ। ਇਹ ਭੁੱਲੜ ਲੋਕਾਂ ਦੀ ਗੱਲ ਹੈ। ਉੱਥੇ ਉਸ ਸਮੇਂ ਸਰਹੰਦ ਦੇ ਵਿੱਚੋਂ ਬਹੁਤ ਵੱਡਾ ਪ੍ਰਚਾਰ ਹੋ ਰਿਹਾ ਸੀ ਇਸਲਾਮ ਦਾ। ਉਹਨੇ ਫਿਰ ਬਾਦਸ਼ਾਹ ਅਕਬਰ ਦੇ ਨਾਲ ਗੱਲ ਕੀਤੀ, ਅਤੇ ਪਹਿਲਾਂ ਇਹਦੇ ਨਾਲ ਕੀਤੀ, ਜਹਾਂਗੀਰ ਜੋ ਸਲੀਮ ਸੀ, ਇਹ ਬੜਾ ਉਹਨਾਂ ਦੇ ਨਾਲ ਨੇੜਤਾ ਸੀ ਮੁਰਤਜ਼ਾ ਖਾਨ ਦੇ ਰਾਹੀਂ, ਕਿਉਂਕਿ ਮੁਰਤਜ਼ਾ ਖਾਨ ਉਹਨਾਂ ਦਾ ਬਹੁਤ ਜ਼ਿਆਦਾ ਸ਼ਰਧਾਲੂ ਸੀ ਸਰਹੰਦ ਵਾਲਿਆਂ ਦਾ, ਅਤੇ ਉਹਦੀ ਫਿਰ ਇਹਦੇ ਨਾਲ ਅੱਗੇ ਮਿੱਤਰਤਾ ਸੀ, ਇਹਨੇ ਕਰਾਈ। ਇਹਨੇ ਆਖਿਆ ਵੀ ਮੈਨੂੰ ਗੱਦੀ 'ਤੇ ਬਿਠਾ ਦਿਓ, ਅਤੇ ਉਹਨਾਂ ਵੀ ਆਖਿਆ ਤੈਨੂੰ ਰਾਜ ਗੱਦੀ ਤੈਨੂੰ ਦਵਾ ਦਿੰਦੇ ਹਾਂ, ਚੱਲਣਾ ਸਾਡੇ ਅਨੁਸਾਰ ਪਊਗਾ। ਕਹਿੰਦਾ ਚੱਲੂਗਾ। ਫਿਰ ਉਹਨਾਂ ਨੇ ਅਕਬਰ ਦੇ ਉੱਤੇ ਜ਼ੋਰ ਪਾਇਆ, ਅੱਗੇ ਦੀ ਅੱਗੇ ਨੀਤੀ ਇੱਦਾਂ ਦੀ ਘੜੀ ਬਣਾਈ ਵਿੱਚੋਂ ਕਿ ਅਕਬਰ ਨੇ ਫਿਰ ਆਪਣੇ ਪੋਤਰੇ ਨੂੰ ਛੱਡ ਕੇ ਰਾਜ ਗੱਦੀ ਆਪਣੇ ਪੁੱਤ ਨੂੰ ਸਲੀਮ ਨੂੰ ਦਿੱਤੀ, ਜੋ ਜਹਾਂਗੀਰ ਜਿਹਦਾ ਨਾਂ ਹੋਇਆ। 1605 ਦੇ ਵਿੱਚ ਉਹ ਮਰਿਆ ਸੀ। 10ਵੇਂ ਮਹੀਨੇ ਦੇ ਵਿੱਚ ਅਕਬਰ 7 ਕੁ ਦਿਨ ਰਾਜ ਸ਼ੋਕ ਰਿਹਾ। ਫਿਰ ਅਕਬਰ ਗੱਦੀ, ਇਹ ਜਹਾਂਗੀਰ ਗੱਦੀ 'ਤੇ ਬੈਠਾ। ਦੇਖੋ ਤੁਸੀਂ 7 ਮਹੀਨੇ ਬਾਅਦ ਕੇਵਲ ਗੱਦੀ 'ਤੇ ਬੈਠਦੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੋ ਜਾਂਦੀ।
7 ਮਹੀਨੇ ਕਿੰਨੇ ਕੁ ਹੁੰਦੇ ਆ। ਹਾਲਾਂਕਿ ਜਦੋਂ ਰਾਜੇ ਨੇ ਰਾਜ ਪ੍ਰਬੰਧ ਕਰਨਾ ਹੋਵੇ ਉਦੋਂ ਕਾਫੀ ਸਮਾਂ ਲੱਗਦਾ ਹੁੰਦਾ। ਇਹ ਗੱਲ ਬਹਾਦਰ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਖੀ ਸੀ। 2 ਸਾਲ ਵੀ ਲੰਘ ਗਏ, ਕਿੰਨਾ ਹੀ ਸਮਾਂ ਲੰਘ ਗਿਆ। ਉਹ ਕਹਿੰਦਾ ਜੀ 2-4 ਸਾਲ ਤਾਂ ਹਜੇ ਮੈਨੂੰ ਰਾਜ ਸੰਭਾਲਣ 'ਤੇ ਲੱਗਣਗੇ। ਮੈਂ ਜਿਹੜੇ ਬੰਦਿਆਂ ਨੇ ਵੀ ਗੁਨਾਹ ਕੀਤੇ ਉਹਨਾਂ ਨੂੰ ਸਜ਼ਾ ਦੇਵਾਂਗਾ, ਪਰ ਹਜੇ ਸਮਾਂ ਦਿਓ। ਪਰ ਇੰਨੇ ਕਾਹਲੇ ਸੀ ਗੁਰੂ ਘਰ ਦੇ ਲਈ। ਉਹਦੀ ਆਪਣੀ ਲਿਖਤ ਵਿੱਚ ਜੋ ਕੁਝ ਉਹਨੇ ਲਿਖਿਆ ਤੁਝ ਕੇ ਜਹਾਂਗੀਰੀ ਵਿੱਚ, ਉਹਨੇ ਗੁਰੂ ਘਰ ਦੇ ਲਈ ਜੋ ਉਹਦੇ ਅੰਦਰ ਨਫ਼ਰਤ ਭਰੀ ਸੀ, ਜੇ ਇੱਥੇ ਤੱਕ ਜਿਹੜੀ ਆਪਾਂ ਕਹਿ ਨਹੀਂ ਸਕਦੇ ਜੋ ਉਹਨੇ ਸ਼ਬਦ ਲਿਖਿਆ। ਤੋ ਉਹਨੇ ਦੁਕਾਨੇ ਬਾਤਲ ਤੱਕ ਆਖਿਆ, ਝੂਠ ਦੀ ਦੁਕਾਨ ਆਖਿਆ ਉਹਨੇ ਗੁਰੂ ਘਰ ਨੂੰ। ਉਹ ਇਹ ਵੀ ਲਿਖਦਾ ਹੈ ਕਿ ਮੇਰੇ ਅੱਖ 'ਚ ਬੜੇ ਲੰਮੇ ਸਮੇਂ ਤੋਂ ਰੜਕਦਾ ਪਿਆ ਸੀ ਇਹ ਗੁਰੂ ਘਰ, ਕਿ ਜਿਵੇਂ ਕਿਵੇਂ ਕਰਕੇ ਮੈਂ ਇਹਨਾਂ ਨੂੰ ਜਾਂ ਤਾਂ ਦੀਨੇ ਇਸਲਾਮ ਵਿੱਚ ਲੈ ਆਵਾਂ ਜਾਂ ਇਹਨਾਂ ਨੂੰ ਖਤਮ ਕਰ ਦੇਵਾਂ ਇਹਨਾਂ ਦੀ। ਉਹਨੂੰ ਇਹ ਕੋਈ ਦਿੱਕਤ ਨਹੀਂ ਸੀ ਵੀ ਆਵਾਜ਼ ਆ ਰਹੀ ਹੈ ਧਰਮ ਦੀ ਗੱਲ ਕਰ ਰਹੇ। ਉਹਨੂੰ ਦਿੱਕਤ ਇਹ ਸੀ ਵੀ ਇਹ ਗੱਲ ਜੇ ਚੰਗੀ ਵੀ ਕਰ ਰਿਹਾ ਤਾਂ ਮੁਸਲਮਾਨ ਹੋ ਕੇ ਕਿਉਂ ਨਹੀਂ ਕਰ ਰਹੇ। ਮੁਸਲਮਾਨ ਹੋ ਜਾਣ ਤਾਂ ਸਭ ਕੁਝ ਠੀਕ ਹੈ। ਜੇ ਮੇਰਾ ਬੰਦਾ ਕੋਈ ਕੰਮ ਕਰਦਾ ਹੈ ਤਾਂ ਉਹ ਸਭ ਜਾਇਜ਼ ਹੈ, ਕੋਈ ਹੋਰ ਕਰੇ ਉਹਦਾ ਚੰਗਾ ਕੰਮ ਵੀ ਨਜਾਇਜ਼ ਕਰ ਦਿਓ। ਇਹ ਮਾੜੀ ਗੱਲ ਸੀ। ਅਤੇ ਉਹ ਪਿੱਛੇ ਸਰਹੰਦੀ ਜਾਂ ਜੋ ਕੱਟੜਪੰਥੀ ਸੀ ਉਹ ਬੋਲਦੇ ਸੀ। ਉਹਦੇ ਲਈ ਫਿਰ ਉਹਨਾਂ ਨੇ ਘਰ ਦੇ ਵਿੱਚ ਵੀ ਫੁੱਟ ਪਾਈ। ਉਹਦੇ ਵਿੱਚ ਫਿਰ ਜਿਹੜੇ ਈਰਖਾਲੂ ਸੀ ਗੁਰੂ ਘਰ ਦਾ ਵਿਰੋਧੀ ਸੀ, ਦੇਖਿਆ ਚੰਦੂ ਲੱਭਿਆ ਉਹਨਾਂ ਨੇ, ਦੀਵਾਨ ਚੰਦੂ ਵੀ ਇਹਦੇ ਨਾਲ ਹੈ। ਉਹਦੇ ਲਈ ਫਿਰ ਗੁਰੂ ਘਰ ਦੇ ਖਿਲਾਫ ਗੂੰਦਾਂ ਗੁੰਦਣੀਆਂ ਸ਼ੁਰੂ ਕਰ ਦਿੱਤੀਆਂ। ਬਹਾਨਾ ਲੱਭਦੇ ਰਹੇ, ਬਹਾਨਾ ਉਹਨਾਂ ਨੂੰ ਕੋਈ ਲੱਭਿਆ ਨਾ, ਪਰ ਲੱਭਿਆ ਉਦੋਂ ਜਦੋਂ ਅਮੀਰ ਖੁਸਰੋ ਨੇ ਬਗਾਵਤ ਕਰ ਦਿੱਤੀ। ਇਹਦੇ ਜਹਾਂਗੀਰ ਦੇ ਪੁੱਤ ਨੇ ਬਗਾਵਤ ਕਰਕੇ ਭੱਜਿਆ ਵੀ ਰਾਜ 'ਤੇ ਮੈਨੂੰ ਮਿਲਣਾ ਚਾਹੀਦਾ। ਭੱਜਦਾ 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 ਇੱਧਰ ਨੂੰ ਆਇਆ। ਤਰਨ ਸਾਹਿਬ ਦੇ ਲਾਗੇ ਸੀ ਗੁਰੂ ਸਾਹਿਬ ਉਸ ਵਕਤ। ਹੁਣ ਇੱਥੇ ਵਿਦਵਾਨਾਂ ਦੇ 2 ਮੱਤ ਹੈ ਸਾਡੇ। ਇੱਕ ਕਹਿੰਦੇ ਵੀ ਉਹ ਗੁਰੂ ਜੀ ਕੋਲ ਆਇਆ ਵੀ ਆ, ਉਹ ਆ ਕੇ ਉਹਨੇ ਮੱਥਾ ਟੇਕਿਆ ਗੁਰੂ ਸਾਹਿਬ ਕੋਲ, ਲੰਗਰ ਛਕਿਆ, ਆਖਿਆ ਮੇਰੀ ਕੋਈ ਸਹਾਇਤਾ ਕਰੋ। ਗੁਰੂ ਜੀ ਨੇ ਉਹਨੂੰ ਆਖਿਆ ਵੀ ਲੰਗਰ ਛਕ ਲੈ, ਲੰਗਰ ਚੱਲਦਾ, ਹੋਰ ਕੋਈ ਜ਼ਰੂਰਤ ਹੈ ਉਹ ਲੋੜਵੰਦ ਨੂੰ ਸਭ ਨੂੰ ਦਿੱਤਾ ਜਾਂਦਾ। ਪਰ ਆਪਣੇ ਅਸੀਂ ਜਿਹੜੇ ਸਿੱਖ ਨੇ ਤੁਹਾਡੇ ਘਰੇਲੂ ਰਾਜ ਸੀ ਲੜਾਈ 'ਚ ਮਰਨ ਵਾਸਤੇ ਨੇ ਤਿਆਰ ਕੀਤੇ, ਚੱਲਦਾ ਬਣ ਇੱਥੋਂ। ਇੱਕ ਤਾਂ ਇਹ ਆ, ਕੁਝ ਕੁ ਤਾਂ ਐਸਾ ਵੀ ਮੰਨਦੇ ਆ ਵੀ ਉਹ ਮਿਲਿਆ ਹੀ ਨਹੀਂ ਗੁਰੂ ਸਾਹਿਬ ਨੂੰ, ਕੁਝ ਕਹਿੰਦੇ ਆ ਵੀ ਮਹਾਰਾਜ ਨੂੰ ਮਿਲਿਆ। ਚਲੋ ਗੱਲਾਂ ਦੋਵੇਂ ਹੀ ਆ। ਜੇ ਤਾਂ ਮਿਲਿਆ ਹੀ ਨਹੀਂ ਫਿਰ ਤਾਂ ਗੱਲ ਕਲੀਅਰ ਹੈ, ਮਿਲਿਆ ਹੀ ਨਹੀਂ। ਜੇ ਉਹ ਮਿਲਿਆ ਵੀ ਹੈ ਅਤੇ ਗੁਰੂ ਜੀ ਨੇ ਉਹਦੀ ਕੋਈ ਸਹਾਇਤਾ ਨਹੀਂ ਕੀਤੀ ਵੀ ਉਹਦੇ ਨਾਲ ਕੋਈ ਉਹਨੂੰ ਕੋਈ ਫੌਜੀ ਸਹਾਇਤਾ ਦੇ ਦਿੱਤੀ ਜਾਂ ਕੁਝ ਹੋਰ ਦੇ ਦਿੱਤਾ। ਗੁਰੂ ਘਰ ਦਾ ਹੀ ਨਿਯਮ ਹੈ, ਜਿਹੜਾ ਵੀ ਕੋਈ ਆ ਜਾਏ ਗੁਰੂ ਕੇ ਲੰਗਰ ਦੇ ਵਿੱਚ। ਅਤੇ ਅਕਬਰ ਵੀ ਆਇਆ ਸੀ, ਅਕਬਰ ਵੀ ਲੰਗਰ ਛਕ ਕੇ ਚੱਲ ਗਿਆ। ਉੱਥੇ ਅਕਬਰ ਦਾ ਪੋਤਰ ਆ ਗਿਆ, ਉੱਥੇ ਬਾਦਸ਼ਾਹ ਆਪ ਜਹਾਂਗੀਰ ਆ ਜਾਂਦਾ, ਉਹ ਛਕ ਜਾਂਦਾ। ਇਹ 'ਚ ਤਾਂ ਕੋਈ ਗੱਲ ਨਹੀਂ। ਪਰ ਇਸ ਮੌਕੇ ਨੂੰ ਉਹਨਾਂ ਜਾਣ ਨਾ ਦਿੱਤਾ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਉੱਤੇ ਇਹ ਦੋਸ਼ ਆਇਦ ਕੀਤਾ ਕਿ ਇਹਨਾਂ ਨੇ ਬਾਦਸ਼ਾਹ ਦੇ ਖਿਲਾਫ ਜਿਹੜਾ ਬੰਦਾ ਚੱਲਿਆ ਸਲੀਮ ਉਹਦੀ ਸਹਾਇਤਾ ਕੀ, ਜਿਹੜਾ ਬੰਦਾ ਚੱਲਿਆ ਖੁਸਰੋ ਉਹਦੀ ਸਹਾਇਤਾ ਕੀਤੀ। ਇਸ ਲਈ ਇਹਨਾਂ ਦੇ ਉੱਤੇ ਦੋਸ਼ ਲਾਇਆ ਜਾਂਦਾ ਕਿ ਇਹ ਜਣੀ ਰਾਜ ਦੇ ਖਿਲਾਫ ਕਾਰਵਾਈ ਕਰਦੇ ਆ। ਅਤੇ ਇਸ ਦੋਸ਼ ਦੇ ਤਹਿਤ ਕੀ ਕੁਝ ਕੀਤਾ, ਸ਼ਹਾਦਤ ਹੋਈ, ਕਿੱਦਾਂ ਦੀ ਸਜ਼ਾ ਦਿੱਤੀ, ਇਹ ਵੀ ਗੱਲ ਕਰਨੀ ਆਪਾਂ। ਪਰ ਹੈਰਾਨੀ ਦੀ ਗੱਲ ਇਹ ਹੈ, ਜਦੋਂ ਉਹ ਅਮੀਰ ਖੁਸਰੋ ਨੂੰ ਫੜਦੇ ਆ, ਖੁਦ ਨੂੰ ਫੜਿਆ ਗਿਆ ਅੱਗੇ ਜਾ ਕੇ ਉਹਨੂੰ ਫੜ ਕੇ ਕੇਵਲ ਤੋਂ ਕੇਵਲ ਅੱਖਾਂ 'ਤੇ ਪੱਟੀ ਬੰਨ੍ਹ ਕੇ ਕੁਝ ਸਮੇਂ ਦੇ ਲਈ ਕਿਲ੍ਹੇ 'ਚ ਰੱਖਦੇ ਆ, ਨਜ਼ਰਬੰਦ ਜਿਹਨੂੰ ਕਹਿ ਦਿੰਦੇ ਆ। ਥੋੜ੍ਹੇ ਸਮੇਂ ਬਾਅਦ ਅੱਖਾਂ ਖੋਲ੍ਹ ਕੇ ਆਜ਼ਾਦ ਕਰ ਦਿੰਦੇ ਆ। ਫਿਰ ਦੇਖਦੇ ਆ ਵੀ ਇਹ ਥੋੜ੍ਹਾ ਜਿਹਾ ਫਿਰ ਉਹੀ ਕੰਮ ਕਰ ਰਿਹਾ, ਫਿਰ ਉਹਨੂੰ ਜਾਣੀ ਪਹਿਰੇ 'ਚ ਰੱਖਦੇ ਆ। ਉਹਨੂੰ ਸਜ਼ਾ ਨਹੀਂ, ਉਹਨੂੰ ਮਾਰਿਆ ਨਹੀਂ, ਕਿਉਂ ਆਪਣਾ। ਪਰ ਦੂਜੇ ਪਾਸੇ ਗੁਰੂ ਘਰ ਨਾਲ ਇੰਨੀ ਈਰਖਾ, ਇੰਨੀ ਵਿਰੋਧਤਾ ਕਿ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਜੋ ਪਿੱਛੋਂ ਗੂੰਦ ਗੁੰਦੀ ਆ ਰਹੀ ਸੀ, ਜੋ ਉਹ
ਲਿਖਦਾ, ਕਹਿੰਦਾ ਮੇਰੀ ਬੜੇ ਸਮੇਂ ਤੋਂ ਇਹਦੇ ਉੱਤੇ ਅੱਖ ਸੀ, ਮੈਨੂੰ ਮੌਕਾ ਨਹੀਂ ਸੀ ਮਿਲ ਰਿਹਾ, ਪਰ ਮੈਂ ਉਸ ਵੇਲੇ ਮੁਰਤਜ਼ਾ ਖਾਨ ਨੂੰ ਆਪਣੇ ਲਿਖਦਾ ਕਿ ਗੁਰੂ ਸਾਹਿਬ ਦੇ ਘਰ ਘਾਟ ਨੂੰ ਜ਼ਬਤ ਕਰਨ ਦਾ ਹੁਕਮ ਦਿੱਤਾ ਅਤੇ ਇਹਨਾਂ ਨੂੰ ਸਖਤ ਤੋਂ ਸਖਤ ਕਾਨੂੰਨ ਯਾਸ਼ਾ ਦੇ ਤਹਿਤ ਸਜ਼ਾ ਦੇਣ ਦਾ ਫਰਮਾਨ ਜਾਰੀ ਕੀਤਾ। ਉਹ ਤਾਂ ਲਿਖਦਾ ਤਾਂ ਹੈ, ਉਹਦੇ ਕਾਰਨ ਵੀ ਹੈ ਵੀ ਆਪਾਂ ਆਖਾਂਗੇ ਉਹ ਕਿਉਂ ਲਿਖਦਾ ਰਿਹਾ ਆਪਣੀ ਡਾਇਰੀ 'ਚ। ਇੱਕ ਤਾਂ ਰਾਜਿਆਂ ਦੀ ਉਹਨਾਂ ਟਾਈਮਾਂ 'ਚ ਹੁੰਦੀ ਸੀ ਵੀ ਇਹਦੀਆਂ ਕੀ ਨੀਤੀਆਂ। ਕੁਛ ਹੋਰ ਜਿਹੜੇ ਕੱਟੜਪੰਥੀ ਲੋਕ ਸੀ ਨਾ, ਉਹਨਾਂ ਨੂੰ ਖੁਸ਼ ਕਰਨ ਦੇ ਲਈ ਜਿਹੜੀਆਂ ਚਿੱਠੀਆਂ ਸਨ ਉਹ ਵੀ ਭੇਜਦਾ ਸੀ ਵੀ ਮੈਂ ਆਹ ਕੁਝ ਕੀਤਾ, ਤਾਂ ਕਿ ਕੱਟੜਪੰਥੀ ਜਿਹੜੇ ਖੁਸ਼ ਹੋ ਜਾਣ। ਉਹਦੀਆਂ ਜੋ ਕੁਝ ਲਿਖਤਾਂ, ਉਹਦੀਆਂ ਜੋ ਚਿੱਠੀਆਂ ਸਨ, ਜੋ ਕੁਝ ਉਹਦੀਆਂ ਸਕੀਮਾਂ ਸਨ, ਉਹ ਫਿਰ ਉਹਦੇ ਵਿੱਚ ਉਹਨੂੰ ਕਰਨੀਆਂ ਪੈਂਦੀਆਂ ਸੀ ਅਤੇ ਆਪਣੇ ਬੰਦਿਆਂ ਨੂੰ ਦੱਸਣਾ ਪੈਂਦਾ ਸੀ ਵੀ ਮੈਂ ਆਹ ਚੰਗੇ ਕੰਮ ਕਰ ਰਿਹਾ। ਉਹਦੇ ਲਈ ਉਹ ਚੰਗਾ ਕੰਮ ਸੀ, ਇਸ ਲਈ ਉਹ ਗੱਲਾਂ ਫਿਰ ਲਿਖਤ ਰੂਪ ਵਿੱਚ ਆਈਆਂ। ਇਹਦੇ ਪਿੱਛੇ ਕੀ ਕਾਰਨ ਹੈ, ਇਹ ਗੱਲ ਖੋਲ੍ਹਦੇ ਆ ਸਰਦਾਰ ਕਰਮ ਸਿੰਘ ਜੀ ਹੋਣੀ, ਕਰਮ ਸਿੰਘ ਹਿਸਟੋਰੀਅਨ ਵੀ ਕਿਉਂ ਲਿਖਦਾ ਸੀ। ਉਸ ਵੇਲੇ ਫਿਰ ਜਦੋਂ ਉਹਨੇ ਇਹ ਗੱਲ ਲਿਖੀ, ਉਹ ਬਾਅਦ ਵਿੱਚ ਸਾਹਮਣੇ ਆਈ ਔਰ ਇਹ ਗੱਲ ਪ੍ਰਗਟ ਹੋ ਗਈ ਕਿ ਉਹਦੇ ਵਿੱਚ ਉਹਨੇ ਪੂਰਾ ਕਹਿ ਲਓ ਕਿ ਜ਼ੋਰ ਲਾਇਆ ਅਤੇ ਉਹਦੇ ਤਹਿਤ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਖਿਲਾਫ ਫਿਰ ਕਹਿ ਲਓ ਕਿ ਮੁਰਤਜ਼ਾ ਖਾਨ ਨੂੰ ਫੁੱਲ ਤੋਂ ਫੁੱਲ ਕਹਿ ਲਓ ਪੂਰੀਆਂ ਪਾਵਰਾਂ ਦੇ ਦਿੱਤੀਆਂ ਅਤੇ ਬਿਨਾਂ ਕੁਝ ਦੱਸੇ, ਬਿਨਾਂ ਕੁਝ ਪੁੱਛ ਪੜਤਾਲ ਦੇ, ਬਿਨਾਂ ਕਿਸੇ ਗੱਲਬਾਤ ਦੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ 22 ਮਈ ਨੂੰ ਜਾ ਕੇ ਅੰਮ੍ਰਿਤਸਰ ਸਾਹਿਬ ਤੋਂ ਫੜ ਲਿਆ ਗਿਆ, ਪਕੜਿਆ ਗਿਆ। ਜਿਹੜੀ ਫੌਜ ਲੈ ਕੇ ਚੜ੍ਹ ਗਏ। ਗੁਰੂ ਜੀ ਨੂੰ ਖਬਰਾਂ ਮਿਲ ਰਹੀਆਂ ਸਨ। ਗੁਰੂ ਸਾਹਿਬ ਗੁਰੂ ਅਰਜਨ ਦੇਵ ਸਾਹਿਬ ਨੇ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਉਦੋਂ ਗੁਰੂ ਨਹੀਂ ਸਨ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਹੋਰ ਸਾਰੇ ਸਿੱਖਾਂ ਨੂੰ ਸਾਰੀ ਗੱਲ ਸਮਝਾਈ ਸੀ ਵੀ ਰਾਜ ਸੀ ਹਵਾ ਜਿਹੜੀ ਉਹ ਕਿਸ ਤਰ੍ਹਾਂ ਦੀ ਹੋ ਰਹੀ ਗੁਰੂ ਘਰ ਦੇ ਲਈ। ਇਹ ਜੋ ਗੁਰੂ ਘਰ ਦਾ ਗੁਰਮਤਿ ਦਾ ਪ੍ਰਚਾਰ ਹੈ, ਇਹਨੂੰ ਰੋਕਣ ਦੇ ਲਈ ਕੀ ਹਵਾਵਾਂ ਚੱਲ ਰਹੀਆਂ ਔਰ ਕੀ ਕੁਝ ਗੂੰਦੀਆਂ ਜਾ ਰਹੀਆਂ। ਇਹਦੇ ਲਈ ਗੁਰੂ ਅਰਜਨ ਦੇਵ ਜੀ ਮਹਾਰਾਜ ਪੂਰੇ ਤਿਆਰ ਸਨ ਅਤੇ ਮਹਾਰਾਜ ਫਿਰ ਉੱਥੋਂ ਚੱਲ ਕੇ ਲਾਹੌਰ ਨੂੰ ਗਏ। ਲਾਹੌਰ ਜਾ ਕੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਦੀਵਾਨ ਚੰਦੂ ਦੇ ਹਵਾਲੇ ਕੀਤਾ, ਜੋ ਘਰੇਲੂ ਰੰਜਿਸ਼ ਵੀ ਸੀ। ਉਹਨੂੰ ਕੁਝ ਗੱਲਾਂ ਆਖੀਆਂ ਗਈਆਂ ਵੀ ਕੁਝ ਗੱਲਾਂ ਦੇ ਉੱਤੇ ਗੁਰੂ ਜੀ ਨੂੰ ਮਨਾ ਲੈ। ਉਹ ਇਹ ਸੀ ਵੀ ਇੱਕ ਤਾਂ ਦੀਨੇ ਇਸਲਾਮ ਕਬੂਲ ਕਰ ਲੈਣ, ਮੁਸਲਮਾਨ ਹੋ ਜਾਣ, ਫਿਰ ਤਾਂ ਚੱਕਰੇ ਕੋਈ ਨਹੀਂ। ਇੱਕ ਗੱਲ ਨਾਲੋਂ ਨਾਲ ਜੋ ਇਹਨਾਂ ਨੇ ਬਾਣੀ ਲਿਖੀ ਆ ਉਹਦੇ ਵਿੱਚ ਹਜ਼ਰਤ ਮੁਹੰਮਦ ਸਾਹਿਬ ਦੀ ਸਿਫਤ ਲਿਖ ਦੇਣ ਅਤੇ ਬਾਦਸ਼ਾਹ ਦੀ, ਜਹਾਂਗੀਰ ਦੀ ਸਿਫਤ ਲਿਖਣ ਵੀ ਉਹਦੀਆਂ ਚੰਗੀਆਂ ਨੀਤੀਆਂ ਵਾਲਾ ਰਾਜ ਹੈ। ਇਹ ਗੱਲਾਂ ਮੰਨ ਜਾਣ ਦਿਓ। ਤੀਜੀ ਗੱਲ, ਤੁਸੀਂ ਫਿਰ ਤੁਹਾਨੂੰ ਮਾਰ ਦਿੱਤਾ ਜਾਏਗਾ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਆਖਿਆ ਵੀ ਤੁਰਕੀ ਬਾਣੀ ਹੈ ਜਿਹੜੀ, ਇਹ ਤੇ ਅਕਾਲੀ ਬਾਣੀ ਹੈ, ਇਹਦੇ 'ਚ ਤਾਂ ਵੱਧ ਘੱਟ ਕੁਝ ਹੈ ਨਹੀਂ, ਨਾ ਮੇਰੇ ਬੋਲ ਨੇ ਇਹ ਤਾਂ ਸਭ ਕੁਝ ਰੱਬੀ ਹੁਕਮ ਵਿੱਚ ਹੋਇਆ। ਇਹਦੇ ਵਿੱਚ ਸਿਫਤ ਕਿਸੇ ਦੀ ਨਹੀਂ ਕੀਤੀ। ਜਿਹੜਾ ਕੋਈ ਸਿਫਤ ਦੇ ਯੋਗ ਸੀ, ਭਾਵੇਂ ਉਹ ਕਬੀਰ ਸੀ, ਭਾਵੇਂ ਰਵਿਦਾਸ ਜੀ ਸੀ, ਭਾਵੇਂ ਉਹ ਭਗਤ ਸੈਣ ਸੀ ਜਾਂ ਭਗਤ ਪ੍ਰਹਿਲਾਦ ਧਰੂ ਸੀ, ਉਹਨਾਂ ਦੀ ਸਿਫਤ ਹੋ ਗਈ। ਉਹਨਾਂ ਨੇ ਸਿਫਾਰਿਸ਼ ਨਹੀਂ ਪਾਈ ਕਿਸੇ ਦੀ। ਉਹ ਸਿਫਤ ਦੇ ਯੋਗ ਸੀ, ਰੱਬ ਦੇ ਪਿਆਰੇ ਸੀ, ਉਹਨਾਂ ਦੀ ਸਿਫਤ ਹੋ ਗਈ। ਜੇ ਤੁਸੀਂ ਚਾਹੁੰਦੇ ਹੋ ਵੀ ਪੈਗੰਬਰ ਦੀ ਸਿਫਤ ਹੋਵੇ, ਇਹ ਮੈਂ ਨਹੀਂ ਕਰ ਸਕਦਾ ਅਤੇ ਰੱਬੀ ਕਲਮ ਹੈ, ਰੱਬ ਦੇ ਹੁਕਮ ਵਿੱਚ ਹੋਇਆ ਕਿਸੇ ਦਾ। ਜੇ ਮੁਹੰਮਦ ਸਾਹਿਬ ਸਿਫਤ ਦੇ ਯੋਗ ਸੀ ਤਾਂ ਉਹ ਸਿਫਤ ਵਾਲੇ ਹੋਣਗੇ। ਸਾਡੇ ਕਹਿਣ ਜਾਂ ਨਾ ਕਹਿਣ ਨਾਲ ਉਹਨਾਂ ਦੀ ਸਿਫਤ ਵੱਧ ਜਾਂ ਘੱਟ ਨਹੀਂ ਜਾਣ ਲੱਗੀ। ਅਤੇ ਪਰ ਬਾਣੀ ਨਹੀਂ ਬਦਲੀ ਜਾ ਸਕਦੀ। ਅਤੇ ਰਾਜੇ ਦੀਆਂ ਗਲਤ ਨੀਤੀਆਂ ਨੇ ਜਿਹੜੀਆਂ ਉਹਨਾਂ ਨੂੰ ਸਹੀ ਗੁਰੂ ਦੀ ਕਲਮ ਕਦੇ ਲਿਖ ਵੀ ਨਹੀਂ ਸਕਦੀ, ਹੋ ਨਹੀਂ ਸਕਦਾ। ਅਤੇ ਦੀਨੇ ਇਸਲਾਮ ਕਬੂਲ ਕਰਨਾ, ਉਹ ਤਾਂ ਕਬੂਲ ਕਰੀਏ ਜੇ ਸਾਡਾ ਧਰਮ ਛੋਟਾ ਹੋਵੇ ਜਾਂ ਸਾਡੇ ਧਰਮ 'ਚ ਉਹ ਚੀਜ਼ ਨਾ ਹੋਵੇ। ਤੁਹਾਡੇ ਵਿੱਚ ਹੈ, ਤੁਹਾਡੇ ਧਰਮ ਦੇ ਵਿੱਚ ਤੇ ਜਿਉਂਦੇ ਜੀ ਜੋ ਮਰਜ਼ੀ ਕਰੀ ਜੋ, ਜੰਨਤ ਦਾ ਤਸੱਵਰ ਹੈ, ਮਰਨ ਤੋਂ ਬਾਅਦ ਜੰਨਤ ਮਿਲਦੇ ਹੈ, ਜੰਨਤ ਦੇ ਵੀ ਕਈ ਦਰਜੇ ਹੈ, ਪਰ ਸਾਡੇ ਤੇ ਜੀਵਨ ਮੁਕਤੀ ਦੀ ਗੱਲ ਹੈ। ਜਿਉਂਦੇ ਜੀ ਗੁਰੂ ਕਾ ਸਿੱਖ ਮੁਕਤ ਹੈ, ਸੱਚਖੰਡ ਵਾਸੀ ਹੈ, ਮਰਨ ਤੋਂ ਬਾਅਦ
ਜਿਉਂਦੇ ਜੀ ਵੀ ਮੁਕਤ ਹੈ। ਇਸ ਲਈ ਧਰਮ ਤਾਂ ਸਾਡੇ ਕੋਲ ਪਹਿਲਾਂ ਹੀ ਬੜਾ ਸ੍ਰੇਸ਼ਟ ਹੈ, ਦੁਨੀਆ ਦੇ ਸਭ ਧਰਮਾਂ ਤੋਂ ਸ੍ਰੇਸ਼ਟ ਗੁਰੂ ਨਾਨਕ ਦਾ ਮੱਤ ਹੈ। ਇਸ ਲਈ ਇਹ ਵੀ ਬਦਲਿਆ ਨਹੀਂ ਜਾ ਸਕਦਾ। ਅਗਲੀ ਗੱਲ ਤੁਸੀਂ ਜੋ ਕਰਨੀ ਹੈ ਕਰ ਲਓ। ਫਿਰ ਉਹਨਾਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਫਿਰ ਤਸੀਹੇ ਦੇਣੇ ਸ਼ੁਰੂ ਕੀਤੇ, ਜਿਨ੍ਹਾਂ ਵਿੱਚੋਂ ਉਸ ਸਮੇਂ ਦੇ ਕਾਨੂੰਨ ਦੇ ਤਹਿਤ ਕੁਝ ਪੀਣ ਨੂੰ ਨਾ ਦੇਣਾ, ਗਰਮੀ ਦੀ ਰੁੱਤ 'ਤੇ ਪਾਣੀ ਵੀ ਨਾ ਦੇਣਾ, ਪੀਤਾ ਹੀ ਪੀਣ ਨੂੰ ਨਾ ਦਿੱਤਾ, ਖਾਣ ਨੂੰ ਨਾ ਦਿਓ ਕੁਝ, ਭੁੱਖੇ ਰੱਖੋ। ਫਿਰ ਭੁੱਖੇ ਪਿਆਸੇ ਤੋਂ ਬਾਅਦ ਸੌਣ ਨਾ ਦਿਓ, ਤਾਂ ਕਿ ਜਿਹੜਾ ਦਿਮਾਗੀ ਤੌਰ 'ਤੇ ਵੀ ਪਰੇਸ਼ਾਨ ਹੋਵੇ, ਨੀਂਦ ਨਾ ਆਵੇ, ਸਰੀਰ ਠੀਕ ਨਾ ਹੋਵੇ, ਤੰਦਰੁਸਤ ਨਾ ਹੋਵੇ, ਭੁੱਖੇ ਰਹਿਣ ਪਿਆਸੇ ਰਹਿਣ, ਸਰੀਰਕ ਬਲ ਖੀਨ ਹੋ ਜਾਏ, ਟੁੱਟ ਜਾਏ ਅਤੇ ਬੰਦਾ ਮੰਨ ਜਾਏ। ਆਮ ਬੰਦਾ ਇਹ ਤਸੀਹੇ ਚੱਲ ਨਹੀਂ ਸਕਦਾ, ਟੁੱਟ ਜਾਂਦਾ, ਮੰਨ ਜਾਂਦਾ ਉਹਨਾਂ ਦੀ। ਉਹਨਾਂ ਪਹਿਲਾਂ ਮਨਾਏ ਆ ਲੋਕ ਇਹ ਤਸੀਹੇ ਦੇ ਦੇ ਕੇ, ਜ਼ੁਲਮ ਕਰ ਕਰਕੇ। ਬੜੇ ਲੋਕ ਸੀ ਜਿਹੜੇ, ਕਿਉਂਕਿ ਬਹੁਤ ਸਾਰਿਆਂ ਦੇ ਮਿਲ ਜਾਣਗੇ ਉਹਨਾਂ ਦੇ ਰਾਜ ਦੇ ਵਿੱਚ। ਅਗਰ ਖੋਜਣ ਲੱਗ ਜਾਈਏ, ਜਿਹੜਾ ਵੀ ਕੋਈ ਮੁਸਲਮਾਨ ਬਣਦਾ ਸੀ ਉਹਨੂੰ ਹਾਥੀ 'ਤੇ ਬਿਠਾ ਕੇ ਜਲੂਸ ਕੱਢਿਆ ਜਾਂਦਾ ਸੀ ਪੂਰੇ ਸ਼ਹਿਰ ਦੇ ਵਿੱਚ, ਮਤਲਬ ਇੰਨਾ ਸਤਿਕਾਰ ਦਿੱਤਾ ਜਾਂਦਾ ਸੀ। ਬਹੁਤ ਲੋਕ ਬਣੇ ਮੁਸਲਮਾਨ, ਉਹਦੇ ਦਿੱਤੇ ਜਾਂਦੇ ਸੀ। ਅਤੇ ਜਿਹੜਾ ਨਹੀਂ ਸੀ ਬਣਦਾ ਉਹਨੂੰ ਫਿਰ ਕਿਸੇ ਨਾ ਕਿਸੇ ਤਰੀਕੇ ਫਸਾ ਕੇ ਖਰਾਬ ਕੀਤਾ ਜਾਂਦਾ। ਇਸੇ ਤਰੀਕੇ ਕੀਤਾ। ਫਿਰ ਜਦੋਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਉੱਤੇ ਯਾਸ਼ਾ ਕਾਨੂੰਨ ਦੇ ਤਹਿਤ, ਯਾਸ਼ਾ ਕਾਨੂੰਨ ਉਹ ਹੁੰਦਾ ਜਿਹਦੇ ਵਿੱਚ ਖੂਨ ਨਾ ਡੁੱਲਣ ਦਿੱਤਾ ਜਾਏ, ਇਹ ਤਰੀਕਾ ਅਪਣਾਇਆ ਜਾਂਦਾ ਕਿ ਜਿਹੜਾ ਸ਼ਹੀਦ ਹੈ ਉਹਦਾ ਖੂਨ ਨਾ ਡੁੱਲੇ, ਜਿਹਨੂੰ ਮਾਰਿਆ ਜਾਣਾ। ਉਹਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਫਿਰ ਉਹਨਾਂ ਨੇ ਤੱਤੀ ਤਵੀ, ਜਿਹਨੂੰ ਤੱਤੀ ਤਵੀ ਕਹਿੰਦੇ ਆ, ਉਹਦੇ ਉੱਤੇ ਵੀ ਬਿਠਾਇਆ। ਫਿਰ ਕਹਿ ਲਓ ਕਿ ਗਰਮ ਗਰਮ ਰੇਤ ਸੀਸ ਵਿੱਚ ਪਾਈ ਗਈ। ਇਹ ਸਭ ਕੁਝ ਕੀਤਾ, ਪਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਡੋਲਣਾ ਕੀ ਸੀ ਤਾਂ ਕਹਿ ਹੀ ਨਹੀਂ ਨਾ ਸਕਦੇ ਵੀ ਉਹ ਡੋਲੇ ਨਹੀਂ। ਇਹ ਗੱਲ ਕਹਿਣ ਦਿਓ ਨਹੀਂ ਹੈ, ਇਹ ਤਾਂ ਸਾਡੇ ਲਈ ਕਹੀ ਜਾ ਸਕਦੀ ਹੈ ਵੀ ਡੋਲੇ ਨਹੀਂ। ਕਿਉਂ? ਡੋਲਣਾ ਤਾਂ ਉਹਨਾਂ ਦੇ ਵਿੱਚ ਹੈ ਹੀ ਨਹੀਂ ਸੀ, ਉਹ ਥਿਰ ਰਹੇ ਆਪਣੇ। ਬਸ ਭਾਈ ਗੁਰਦਾਸ ਜੀ ਤੇ ਕਹਿੰਦੇ ਆ ਵੀ ਬਹੁਤ ਔਖੀ ਰਾਤ ਸੀ, ਪਰ ਉਹਨਾਂ ਨੇ ਉਹ ਜਿਹੜੀ ਰਾਤ ਕੱਟੀ ਨਾ, ਉਹ ਰਾਤ ਵੀ ਦੁੱਖਾਂ ਭਰੀ ਰਾਤ ਵੀ ਉਹਨਾਂ ਲਈ ਇਉਂ ਸੀ ਜਿਵੇਂ ਭੌਰਾ ਕਮਲ ਦੇ ਵਿੱਚ ਗੁੜੰਜ ਹੁੰਦਾ ਬੈਠਾ ਹੁੰਦਾ, ਸੁੱਖ ਸੰਪਟ ਵਿੱਚ ਰਹਿਣ ਵਿਹਾਣੇ। ਇੰਨੀ ਮਤਲਬ ਉਹ ਜੁੜੇ ਹੋਏ ਸੀ, ਪਰਮਾਤਮਾ ਹੀ ਰੂਪ ਸੀ। ਤਦੇ ਤੇ ਮਥੁਰਾ ਜੀ ਕਹਿੰਦੇ ਭੰਨ ਮਥੁਰਾ ਕਛ ਭੇਦ ਨਹੀਂ, ਗੁਰੂ ਅਰਜਨ ਪ੍ਰਤੱਖ ਹਰ। ਅਤੇ ਜਦੋਂ ਉਹਨਾਂ ਕੋਈ ਹੀਲਾ ਨਾ ਦੇਖਿਆ, ਉਹਦੇ ਵਿੱਚੋਂ ਵੀ ਫਿਰ ਇੱਕ ਇਹ ਵੀ ਸੀ ਸਜ਼ਾਵਾਂ ਦੇ ਵਿੱਚੋਂ ਸਜ਼ਾ ਵੀ ਜੇਕਰ ਨਾ ਮੰਨੇ ਤਾਂ ਉਹਨੂੰ ਫਿਰ ਸਰੀਰ ਗਰਮ ਹੈ ਅਤੇ ਰਾਵੀ ਦਰਿਆ ਦਾ ਪਾਣੀ ਬਹੁਤ ਠੰਡਾ ਹੁੰਦਾ, ਉਹਦੇ ਵਿੱਚ ਠੰਡੇ ਪਾਣੀ ਵਿੱਚ ਰੋੜ ਦੋ, ਖੂਨ ਬੰਦ ਹੋ ਜਾਏਗਾ। ਆਪਾਂ ਸ਼ਹਾਦਤ ਕਹਿ ਦਿੰਦੇ ਹਾਂ, ਮੌਤ ਕਹਿ ਦਿੰਦੇ ਹਾਂ, ਮਰ ਜਾਏਗਾ ਬੰਦਾ। ਇਸੇ ਤਰ੍ਹਾਂ ਗੁਰੂ ਅਰਜਨ ਦੇਵ ਸਾਹਿਬ ਨਾਲ ਕੀਤਾ ਗਿਆ। ਤਸੀਹੇ ਵੱਧ ਤੋਂ ਵੱਧ ਉਹਨਾਂ ਦਿੱਤੇ ਅਤੇ ਤਸੀਹੇ ਦੇ ਕੇ ਫਿਰ ਰਾਵੀ ਦਰਿਆ ਦੇ ਕੰਢੇ ਲੈ ਗਏ। ਪਰ ਗੁਰੂ ਸਾਹਿਬ ਮਹਾਰਾਜ ਜੀ ਸੁਰਤ ਵਿੱਚ ਸਨ, ਉਹਨਾਂ ਬਾਣੀ ਹੀ ਪੜ੍ਹੀ ਔਰ ਗੁਰੂ ਮਹਾਰਾਜ ਜੀ ਨੂੰ ਉਹਨਾਂ ਫਿਰ ਰਾਵੀ ਦਰਿਆ ਦੇ ਵਿੱਚ, ਸਾਡੇ ਇਤਿਹਾਸਕਾਰ ਭਾਵਨਾ ਵਾਲੇ ਆ, ਉਹ ਫਿਰ ਇੱਦਾਂ ਦੀਆਂ ਗੱਲਾਂ ਲਿਖ ਵੀ ਨਹੀਂ ਸਕਦੇ। ਉਹਨਾਂ ਆਖਿਆ ਮਹਾਰਾਜ ਨੇ ਆਪ ਇਸ਼ਨਾਨ ਦਾ ਫਿਰ ਉੱਥੇ ਜ਼ਿਕਰ ਕੀਤਾ ਵੀ ਇਸ਼ਨਾਨ ਕਰਾ ਦਿਓ। ਪਰ ਸ਼ਹੀਦ ਦੇ ਲਈ ਖੂਨ ਦੇ ਨਾਲ ਇਸ਼ਨਾਨ ਕਰਨਾ ਹੀ ਹੁੰਦਾ, ਉਸ ਤੋਂ ਵੱਧ ਕੇ ਕੋਈ ਇਸ਼ਨਾਨ ਨਹੀਂ ਹੁੰਦਾ। ਸ਼ਹੀਦ ਦਾ ਨਿਯਮ ਹੈ, ਸ਼ਹੀਦਾਂ ਨੂੰ ਨਿਭਾਇਆ ਨਹੀਂ ਜਾਂਦਾ। ਜਿਹੜੇ ਸ਼ਹੀਦ ਹੋ ਜਾਂਦੇ ਉਹਨਾਂ ਨੂੰ, ਜਿਵੇਂ ਆਪਾਂ ਆਮ ਬੰਦਾ ਚੜ੍ਹਾਈ ਕਰ ਜਾਂਦਾ ਉਹਨੂੰ ਨਿਭਾਉਂਦੇ ਨਾ ਇਸ਼ਨਾਨ, ਸ਼ਹੀਦ ਨੂੰ ਨਹੀਂ ਨਿਭਾਇਆ ਜਾਂਦਾ। ਸ਼ਹੀਦ ਨੂੰ ਉੱਦਾਂ ਹੀ ਉਹਦਾ ਖੂਨ ਹੈ, ਉਹਦਾ ਇਸ਼ਨਾਨ ਹੁੰਦਾ, ਐਦਾਂ ਸੰਸਕਾਰ ਕੀਤਾ ਜਾਂਦਾ। ਅਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਫਿਰ ਦਰਿਆ ਰਾਵੀ ਦੇ ਕੰਢੇ ਦੇ ਉੱਤੇ ਫਿਰ ਉਹਨਾਂ ਨੂੰ ਲਿਜਾ ਕੇ ਠੰਡੇ ਪਾਣੀ ਦੇ ਵਿੱਚ ਉਹਨਾਂ ਨੂੰ ਕਹਿ ਲਓ ਕਿ ਸ਼ਹੀਦ ਕਰਨ ਦੇ ਲਈ ਸਜ਼ਾ ਦਿੱਤੀ ਗਈ। ਇਸ ਤਰ੍ਹਾਂ ਗੁਰੂ ਮਹਾਰਾਜ ਜੀ 1606 ਦੇ ਵਿੱਚ 30 ਮਈ ਸੀ ਇੱਦਾਂ ਸ਼ਹਾਦਤ ਹੋਈ। ਅਤੇ ਉਹ ਅਸਹਿ ਅਤੇ ਅਕਹਿ ਤਸੀਹੇ ਸਹਾਰਦੇ ਹੋਏ ਵੀ, ਜ਼ਬਰ ਦਾ ਸਬਰ ਨਾਲ ਟਾਕਰਾ ਕਰਦੇ ਹੋਏ
ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹੀਦੀ ਪਾ ਗਏ। ਉਹਨਾਂ ਦੀ ਸ਼ਹਾਦਤ ਤੋਂ ਬਾਅਦ ਫਿਰ ਜਿਵੇਂ ਉਸ ਸਮੇਂ ਦੇ ਸਾਮਰਾਜ ਨੂੰ ਸੀ ਵੀ ਹੁਣ ਬਸ ਦੀਵਾ ਬੁਝ ਜਾਏਗਾ, ਗੱਲ ਬੰਦ ਹੋ ਜਾਏਗੀ, ਹੁਣ ਕਿਹਨੇ ਆਉਣਾ, ਹੁਣ ਕੌਣ ਬੋਲੇਗਾ। ਪਰ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ, ਮੀਰੀ ਪੀਰੀ ਦੇ ਮਾਲਕ, ਦੋ ਤਲਵਾਰਾਂ ਵਾਲੇ ਅਤੇ ਤੇਗੇ ਚਲਾਉਣ ਵਾਲੇ, ਸ਼ਾਹਜਹਾਨ ਵਰਗਿਆਂ ਦੀ ਫੌਜ ਨੂੰ ਧੂੜ ਚਟਾਉਣ ਵਾਲੇ ਗੁਰੂ ਹਰਗੋਬਿੰਦ ਸਾਹਿਬ ਤਖਤ 'ਤੇ ਬੈਠੇ, ਤਖਤ ਕਾਇਮ ਕੀਤਾ। ਜਿੱਥੇ ਪਹਿਲਾਂ ਕਦੇ ਪੀਰੀ ਦੀ ਗੱਲ ਹੁੰਦੀ ਸੀ, ਹੁਣ ਉੱਥੇ ਰਾਜ ਸੀ ਗੱਲ ਵੀ ਹੋਣ ਲੱਗ ਪਈ। ਔਰ ਕਹਿੰਦੇ ਸਨ ਮਹਾਰਾਜ, ਬਾਜ ਨਹੀਂ ਹਮ ਇਨਕੋ ਦੇਣਾ, ਤਾਜ ਬਾਜ ਸਭ ਇਨ ਤੇ ਲੈਣਾ। ਇਕੱਲਾ ਬਾਜ ਹੀ ਨਹੀਂ ਇਹਨਾਂ ਨੂੰ ਦੇਣਾ, ਮੁਗਲਾਂ ਨੂੰ ਇਹਨਾਂ ਤੋਂ ਤਾਜ ਵੀ ਖੋਹ ਲੈਣਾ। ਅਤੇ ਫਿਰ ਉਹ ਅੰਤ ਚੱਲਦਾ ਰਿਹਾ ਅਤੇ 10ਵੇਂ ਪਾਤਸ਼ਾਹ ਨੇ ਅਤੇ ਫਿਰ ਇਹਨਾਂ ਦੀ ਜੜ ਪੁੱਟੀ ਹੈ। ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹਾਦਤ ਇੱਕ ਅਨੋਖੀ ਸ਼ਹਾਦਤ ਹੈ। ਉਹਨਾਂ ਸਾਡੇ ਲਈ, ਧਰਮ ਦੇ ਲਈ ਸ਼ਹਾਦਤ ਦੇ ਕੇ, ਜੋ ਕਹਿ ਲਓ ਕਿ ਗੁਰਬਾਣੀ ਦੇ ਲਈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਅਖੰਡਤਾ ਦੇ ਲਈ ਔਰ ਸੱਚ ਦੇ ਲਈ ਆਪਣੀ ਸ਼ਹਾਦਤ ਦਿੱਤੀ। ਉਸ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ ਹੈ। ਆਓ ਹੁਣ ਸਮਾਂ ਵੀ ਹੋ ਗਿਆ, ਲੜੀਵਾਰ ਸ਼ਬਦ ਵਿਚਾਰ ਵੀ ਹੈ। ਇੱਕ ਆਪਾਂ ਸ਼ਬਦ ਦੀ ਵਿਆਖਿਆ, ਅੱਖਰੀ ਅਰਥ ਕਰ ਲਈਏ। ਲੜੀਵਾਰ ਕਥਾ ਗੁਰੂ ਗ੍ਰੰਥ ਸਾਹਿਬ ਜੀ ਦੇ 1283 ਅੰਗ 'ਤੇ ਚੱਲ ਰਹੀ ਹੈ। ਮਲਾਰ ਕੀ ਵਾਰ ਚੱਲ ਰਹੀ, ਜਿਹਦੀਆਂ 12 ਪੌੜੀਆਂ ਅਤੇ ਸਲੋਕ ਆਪਾਂ ਕੱਲ੍ਹ ਤੱਕ ਸੁਣ ਲਏ। ਆਓ 13ਵੀਂ ਪੌੜੀ ਦੇ ਇੱਕ ਸਲੋਕ ਨੂੰ ਆਪਾਂ ਸੁਣਦੇ ਹਾਂ। ਸਲੋਕ ਮਹੱਲਾ ਤੀਜਾ। ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਕਹਿ ਰਹੇ, ਬਾਬੀਹਾ ਗੁਣਵੰਤੀ ਮਹਿਲ ਪਾਇਆ। ਕਹਿੰਦੇ ਐ ਬਬੀਹੇ, ਐ ਜੀਵ ਜਿਹੜੇ ਚੰਗੇ ਗੁਣਾਂ ਵਾਲੇ ਹਨ, ਉਹਨਾਂ ਮਹਿਲ ਆਪਣੇ ਸਰੂਪ ਨੂੰ ਪਾ ਲਿਆ। ਔਗਣਵੰਤੀ ਦੂਰ, ਪਰ ਜਿਨ੍ਹਾਂ ਦੇ ਅੰਦਰ ਔਗਣ ਭਰੇ ਪਏ ਹਨ, ਪਰਮਾਤਮਾ ਦੀ ਭਗਤੀ ਦਾ ਗੁਣ ਨਹੀਂ ਹੈ, ਉਹ ਆਪਣੇ ਨਿੱਜੀ ਸਰੂਪ ਤੋਂ ਦੂਰ ਰਹਿੰਦੇ ਹੈ, ਉਹਨਾਂ ਨੂੰ ਪ੍ਰਾਪਤ ਨਹੀਂ ਹੁੰਦਾ। ਅੰਤਰ ਤੇਰਾ ਹਰ ਵਸੈ, ਐ ਭਾਈ ਗੁਰਮੁਖਾ ਤੇਰੇ ਅੰਦਰ ਪਰਮਾਤਮਾ ਦਾ ਵਾਸਾ ਹੈ, ਉਹਦੀ ਜੋਤ ਤੇਰੇ ਅੰਦਰ ਵੀ ਹੈ। ਗੁਰਮੁਖ ਸਦਾ ਹਜੂਰ, ਜੇ ਤੂੰ ਗੁਰੂ ਦੀ ਗੱਲ ਮੰਨ ਲਏ ਅਤੇ ਗੁਰਮੁਖ ਬਣ ਜਾਏ ਅਤੇ ਫਿਰ ਹਮੇਸ਼ਾ ਹੀ ਉਸ ਤੇਰੇ ਅੰਦਰ ਵਸਦੇ ਨੂੰ ਤੂੰ ਵੇਖ ਸਕਦਾ ਹੈ। ਕੂਕ ਪੁਕਾਰ ਨਾ ਹੋਵਈ, ਨਦਰੀ ਨਦਰ ਨਿਹਾਲ, ਜਦੋਂ ਪਰਮਾਤਮਾ ਤੇਰੇ ਉੱਤੇ ਮਿਹਰ ਭਰੀ ਤੱਕਣੀ ਕਰਦਾ ਏ ਅਤੇ ਫਿਰ ਜਮਾਂ ਦੇ ਦਰ 'ਤੇ ਜਿਹੜੀਆਂ ਤੇਰੀਆਂ ਕੂਕਾਂ ਹੋਣੀਆਂ, ਜੋ ਤੂੰ ਪੁਕਾਰਾਂ ਕਰਦਾ, ਉਹ ਕਰਨੀਆਂ ਨਹੀਂ ਪੈਣੀਆਂ, ਤੈਨੂੰ ਤੋਂ ਨਿਹਾਲ ਹੋ ਜਾਏਗਾ। ਨਾਨਕ ਨਾਮ ਰਤੇ ਸਹਿਜੇ ਮਿਲੇ, ਸ਼ਬਦ ਗੁਰੂ ਕੈ ਘਾਲ। ਗੁਰੂ ਜੀ ਕਹਿੰਦੇ ਹਨ, ਕਹਿੰਦੇ ਨਾਨਕ ਨਾਮ ਰਤੇ ਸਹਿਜੇ ਮਿਲੇ, ਜਿਹੜੇ ਨਾਮ ਵਿੱਚ ਰੰਗੇ ਗਏ ਉਹ ਸਹਿਜੇ ਹੀ ਗਿਆਨ ਦੇ ਸਹਿਤ ਪਰਮਾਤਮਾ ਨਾਲ ਮਿਲ ਜਾਂਦੇ। ਸ਼ਬਦ ਗੁਰੂ ਕੈ ਘਾਲ, ਗੁਰੂ ਸ਼ਬਦ ਦੀ ਘਾਲਣਾ, ਗੁਰਬਾਣੀ ਦੇ ਅਨੁਸਾਰ ਆਪਣੇ ਜੀਵਨ ਨੂੰ ਢਾਲ ਕੇ ਉਹਨਾਂ ਦੇ ਲੋਕ ਸੁਖੀਏ, ਪਰਲੋਕ ਸੁਹੇਲੇ ਹੋ ਜਾਂਦੇ ਹਨ। ਇਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ। ਰਹਿੰਦੀ ਵਿਚਾਰ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ ਹੋਈਆਂ ਭੁੱਲਾਂ ਦੀ ਖਿਮਾ। ਸਮੂਹ ਸੰਗਤ ਦਾ ਧੰਨਵਾਦ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।